ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ ਹੈ। ਗੁਰੂ ਸਾਹਿਬ ਦੇ ਜੀਵਨ ਬਾਰੇ, ਜੀਵਨ ਦੀਆਂ ਕੁਝ ਘਟਨਾਵਾਂ ਬਾਰੇ ਅੱਜ ਅਸੀਂ ਵਿਚਾਰਾਂ ਕਰਾਂਗੇ। ਸਾਡਾ ਮੁੱਖ ਆਧਾਰ ਅੱਜ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਹੀ ਹੋਵੇਗਾ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਕਿਸ ਤਰ੍ਹਾਂ ਦਾ ਪੇਸ਼ ਕੀਤਾ ਗਿਆ ਹੈ, ਉਸ ਦੇ ਬਾਰੇ ਆਪਾਂ ਵਿਚਾਰਾਂ ਕਰਾਂਗੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸੰਨ 1469 ਈਸਵੀ ਨੂੰ ਰਾਏ ਭੋਇੰ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਜਿਸ ਨੂੰ ਅੱਜ ਅਸੀਂ ਨਨਕਾਣਾ ਸਾਹਿਬ ਕਹਿੰਦੇ ਹਾਂ, ਵਿਖੇ ਮਾਤਾ ਤ੍ਰਿਪਤਾ ਮਹਿਤਾ ਕਾਲੂ ਪਿਤਾ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਰਿਵਾਰ ਵਿੱਚ ਆਪ ਤੋਂ ਇੱਕ ਵੱਡੀ ਭੈਣ ਸੀ, ਬੇਬੇ ਨਾਨਕੀ। ਆਪ ਦੇ ਬਾਬਾ ਜੀ ਦਾ ਨਾਮ ਸ਼ਿਵ ਰਾਮ ਸੀ ਤੇ ਦਾਦੀ ਦਾ ਨਾਮ ਬਨਾਰਸੀ ਦੇਵੀ ਸੀ। ਗੁਰੂ ਸਾਹਿਬ ਦੇ ਜੀਵਨ ਬਾਰੇ ਜੋ ਆਪਾਂ ਵਿਚਾਰਾਂ ਕਰਨੀਆਂ ਹਨ, ਗੁਰੂ ਸਾਹਿਬ ਦਾ ਜੋ ਵਿਆਹ ਹੈ ਬਟਾਲਾ ਸ਼ਹਿਰ ਵਿਖੇ ਹੋਇਆ। ਉਹਨਾਂ ਦੇ ਘਰ ਦੋ ਪੁੱਤਰ ਬਾਬਾ ਸ਼੍ਰੀ ਚੰਦ ਤੇ ਬਾਬਾ ਲక్ష్ਮੀ ਚੰਦ ਜੀ ਪੈਦਾ ਹੋਏ। ਇਹ ਉਹਨਾਂ ਦਾ ਪਰਿਵਾਰ ਸੀ। ਆਓ ਅਸੀਂ ਇਤਿਹਾਸ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਜਿਹੜੀ ਜਾਣਨੀ ਸਾਨੂੰ ਬਹੁਤ ਜ਼ਰੂਰੀ ਹੈ, ਇਹ ਇਤਿਹਾਸ ਵਿੱਚ ਲੋੜੀਂਦੀ ਹੋਏਗੀ। ਇੱਕ ਪਿੰਡ ਦੇ ਵਿੱਚ ਇੱਕ ਕਤਲ ਹੋ ਜਾਂਦਾ। ਕੋਈ ਬਦਮਾਸ਼ ਆ ਕੇ ਚਾਕੂ ਨਾਲ ਕਤਲ ਕਰਦਾ। ਕਤਲ ਵਾਰਦਾਤ ਦੇ ਉੱਤੇ ਜਦੋਂ ਆਵਾਜ਼ ਆਉਂਦੀ ਬਚਾਓ ਬਚਾਓ, ਤੇ ਇੱਕ ਗੁਰਮੁਖ ਪਿਆਰਾ ਜੋ ਗੁਆਂਢੀ ਰਹਿੰਦਾ ਸੀ, ਉਹ ਦੌੜ ਕੇ ਕਤਲ ਵਾਲੇ ਸਥਾਨ 'ਤੇ ਜਾਂਦਾ, ਨਾਲੇ ਰੌਲਾ ਪਾਉਂਦਾ ਕਿ ਬਚਾਓ ਬਚਾਓ ਬਚਾਓ। ਜਦੋਂ ਇਹ ਵੀਰ ਉਸ ਘਰ ਵਿੱਚ ਦਾਖਲ ਹੁੰਦਾ ਤਾਂ ਕਤਲ ਕਰਨ ਵਾਲਾ ਦੇਖ ਲੈਂਦਾ ਤੇ ਉੱਥੋਂ ਛੱਡ ਕੇ ਭੱਜਦਾ। ਇਸ ਦੀ ਆਵਾਜ਼ ਨਾਲ ਆਂਢ ਗੁਆਂਢ ਦੇ ਲੋਕ ਵੀ ਹੋਰ ਭੱਜੇ ਆਉਂਦੇ ਨੇ। ਇਹ ਗੁਰਮੁਖ ਪਿਆਰਾ ਜਾਂਦਾ, ਉਹ ਚਾਕੂ ਉਸ ਦੇ ਪੇਟ ਵਿੱਚੋਂ ਕੱਢਦਾ ਤੇ ਤਦ ਤੱਕ ਜੋ ਕਤਲ ਕਰਨ ਵਾਲਾ ਸੀ ਉਹ ਭੱਜ ਗਿਆ। ਗਲੀ ਵਿੱਚ ਲੋਕਾਂ ਨੇ ਜਾਂਦੇ ਉਸ ਨੂੰ ਦੇਖਿਆ, ਪਰ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਕਤਲ ਕਰਕੇ ਆਇਆ ਹੈ। ਖੈਰ ਘਰ ਆਏ ਤੇ ਹੁਣ ਮੁੱਖ ਜਿਹੜਾ ਕੰਮ ਸੀਗਾ ਕਿ ਜਿਸ ਵੀਰ ਦਾ ਕਤਲ ਹੋਇਆ ਹੈ ਉਸ ਨੂੰ ਹੌਸਪੀਟਲ ਲੈ ਕੇ ਜਾਣਾ। ਉਸ ਨੂੰ ਹੌਸਪੀਟਲ ਲਿਜਾਣ ਦੇ ਲਈ ਸਾਰੇ ਲੋਕ ਜਿਹੜੇ ਹੈ ਉਹਨਾਂ ਨੇ ਲਿਜਾਣ ਦਾ ਪ੍ਰਬੰਧ ਕੀਤਾ, ਪਰ ਖੂਨ ਜ਼ਿਆਦਾ ਵਗਣ ਕਰਕੇ ਉਸ ਬੰਦੇ ਦੀ ਰਸਤੇ ਵਿੱਚ ਮੌਤ ਹੋ ਗਈ। ਹੁਣ ਹਸਪਤਾਲ ਲਿਜਾ ਕੇ ਉਸ ਦਾ ਪੋਸਟਮਾਰਟਮ ਕਰਵਾਉਣਾ ਸੀ। ਪੁਲਿਸ ਬੁਲਾਈ ਗਈ, ਪੋਸਟਮਾਰਟਮ ਹੋਇਆ। ਰਿਪੋਰਟ ਆਈ ਕਿ ਖੂਨ ਜ਼ਿਆਦਾ ਵਹਿਣ ਕਰਕੇ ਉਸ ਦੀ ਮੌਤ ਹੋਈ ਹੈ। ਪੁਲਿਸ ਨੇ ਕੇਸ ਬਣਾਇਆ, ਅਣਪਛਾਤੇ ਵਿਅਕਤੀ ਉੱਤੇ ਕਤਲ ਦਾ ਕੇਸ ਬਣਾਇਆ ਗਿਆ। ਕੇਸ ਕਚਹਿਰੀ ਵਿੱਚ ਗਿਆ, ਕਚਹਿਰੀ ਵਿੱਚ ਕੇਸ ਚੱਲਿਆ, ਕਈ ਸਾਲ ਚੱਲਦਾ ਰਿਹਾ। ਆਖਰ ਇੱਕ ਦਿਨ ਫੈਸਲੇ ਦੀ ਘੜੀ ਆਈ। ਫੈਸਲਾ ਇਹ ਹੋਇਆ ਕਿ ਜਿਸ ਨੇ ਕਤਲ ਕੀਤਾ ਸੀ ਉਸ ਨੂੰ ਕੋਰਟ ਨੇ ਬਾਇਜ਼ਤ ਰਿਹਾ ਕਰ ਦਿੱਤਾ। ਜਿਹੜਾ ਬੰਦਾ ਛਡਾਉਣ ਵਾਸਤੇ ਗਿਆ ਸੀ, ਮਦਦ ਵਾਸਤੇ ਗਿਆ ਸੀ, ਗੁਰਮੁਖ ਪਿਆਰਾ, ਉਸ ਨੂੰ ਕਤਲ ਦਾ ਦੋਸ਼ੀ ਸਿੱਧ ਕਰ ਦਿੱਤਾ। ਉਸ ਨੂੰ ਸਜ਼ਾਏ ਮੌਤ ਹੋ ਗਈ। ਕਹਾਣੀ ਕੀ ਬਣੀ ਕਿ ਜੋ ਬੰਦਾ ਕਤਲ ਕਰਕੇ ਗਿਆ ਸੀ ਉਸ ਦੀ ਕਿਸੇ ਵੱਡੇ ਕਰਾਮਾਤੀ ਬਾਬੇ ਨਾਲ ਸਾਂਝ ਸੀ। ਉਸ ਕਰਾਮਾਤੀ ਬਾਬੇ ਰਾਹੀਂ ਉਸ ਬੰਦੇ ਨੂੰ ਕਤਲ ਵਾਲੇ ਦਿਨ 500 ਕਿਲੋਮੀਟਰ ਦੂਰ ਕਿਤੇ
ਸਰਕਾਰੀ ਡਿਊਟੀ ਉੱਤੇ ਦਿਖਾ ਦਿੱਤਾ ਗਿਆ। ਬਾਬੇ ਨੇ ਕਰਾਮਾਤ ਦੁਆਰਾ ਜਾਂ ਆਪਣੀ ਅਪਰੋਚ ਦੁਆਰਾ 500 ਕਿਲੋਮੀਟਰ ਦੂਰ ਉਸ ਨੂੰ ਡਿਊਟੀ ਉੱਤੇ ਹਾਜ਼ਰ ਦਿਖਾ ਦਿੱਤਾ, ਜਿਸ ਸਦਕਾ ਕੋਰਟ ਨੇ ਉਸ ਨੂੰ ਸਾਫ਼ ਬਰੀ ਕਰ ਦਿੱਤਾ, ਕਿਉਂਕਿ ਉਹ ਉਸ ਦਿਨ ਇੱਥੇ ਹੈ ਹੀ ਨਹੀਂ ਸੀ। ਕਹਾਣੀ ਦਾ ਮੋੜ ਮੁੜਿਆ। ਲੋਕਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਕੀ ਦੇਖਿਆ। ਉਹਨੇ ਦੱਸਿਆ ਕਿ ਜਦੋਂ ਅਸੀਂ ਆਏ ਸੀ ਉਦੋਂ ਇਹ ਜਿਹੜਾ ਪਿੰਡ ਦਾ ਗੁਰਮੁਖ ਪਿਆਰਾ ਸੱਜਣ ਹੈ, ਉਹਦੇ ਹੱਥ ਵਿੱਚ ਚਾਕੂ ਸੀ, ਉਹ ਪੇਟ ਵਿੱਚੋਂ ਚਾਕੂ ਕੱਢ ਰਿਹਾ ਸੀ। ਕੋਰਟ ਨੇ ਨਤਾਰਾ ਇਹ ਕੀਤਾ ਕਿ ਇਸ ਬੰਦੇ ਨੇ ਆਪ ਹੀ ਚਾਕੂ ਮਾਰਿਆ, ਉਸ ਵੇਲੇ ਚਾਕੂ ਮਾਰ ਕੇ ਕੱਢ ਰਿਹਾ ਸੀ ਅਤੇ ਆਪ ਹੀ ਹੌਸਪੀਟਲ ਲੈ ਕੇ ਗਿਆ। ਅਸਲ ਕਾਤਲ ਇਹ ਬੰਦਾ ਸੀ, ਜਦ ਕਿ ਸਾਰੇ ਪਿੰਡ ਨੂੰ ਪਤਾ ਸੀ ਕਿ ਇਸ ਬੰਦੇ ਨੇ ਕਤਲ ਨਹੀਂ ਕੀਤਾ। ਕਤਲ ਕਰਨ ਵਾਲਾ ਦੂਸਰਾ ਬੰਦਾ ਸੀ। ਇਹ ਬੰਦਾ ਤਾਂ ਬਹੁਤ ਹੀ ਸ਼ਰੀਫ, ਇਮਾਨਦਾਰ, ਹਰ ਬੰਦੇ ਦੇ ਦੁੱਖ ਸੁੱਖ ਵਿੱਚ ਜਾਣ ਵਾਲਾ ਸੀ। ਸਾਰਾ ਪਿੰਡ ਉਸ ਦੀ ਗਵਾਹੀ ਭਰਦਾ ਸੀ, ਪਰ ਕਿਉਂਕਿ ਉਸ ਬੰਦੇ ਦਾ ਬਾਬਾ ਜੋ ਕਰਾਮਾਤੀ ਬਾਬਾ ਸੀ, ਉਹ ਜਾਣ ਪਛਾਣ ਵਾਲਾ ਸੀ, ਇਸ ਕਰਕੇ ਅਸਲੀ ਦੋਸ਼ੀ ਨੂੰ ਸਜ਼ਾਏ ਮੁਕਤ ਹੋ ਗਿਆ ਅਤੇ ਜਿਹੜਾ ਸੱਚਾ ਬੰਦਾ ਸੀ ਉਹਨੂੰ ਫਾਂਸੀ ਦੀ ਸਜ਼ਾ ਹੋ ਗਈ। ਹੁਣ ਜੇ ਇਸ ਕਹਾਣੀ ਨੂੰ ਅਸੀਂ ਦੇਖੀਏ ਤਾਂ ਮੇਰਾ ਖਿਆਲ ਹੈ ਸੰਗਤ, ਪੂਰੀ ਸੰਗਤ ਵਿੱਚ ਸਾਰੇ ਲੋਕੀ ਇਸ ਨਾਲ ਸਹਿਮਤ ਹੋਣਗੇ ਕਿ ਇਹ ਅਨਿਆਏ ਹੋਇਆ ਹੈ। ਇਹ ਨਿਆਂ ਨਹੀਂ ਹੋਇਆ ਹੈ, ਅਨਿਆਏ ਹੋਇਆ ਹੈ। ਐਸਾ ਨਹੀਂ ਹੋਣਾ ਚਾਹੀਦਾ ਸੀ, ਪਰ ਇੱਕ ਜੋ ਫੈਸਲਾ ਹੋ ਗਿਆ, ਹੁਣ ਕੋਈ ਕੀ ਕਰ ਸਕਦਾ ਹੈ। ਬਾਬੇ ਨੇ ਆਪਣੀ ਕਰਾਮਾਤ ਦਿਖਾਤੀ। ਇਹ ਕਹਾਣੀ ਤੋਂ ਅੱਗੇ ਅਸੀਂ ਹੁਣ ਗੱਲ ਸ਼ੁਰੂ ਕਰਦੇ ਹਾਂ ਆਪਣੇ ਗੁਰ ਇਤਿਹਾਸ ਦੀ। ਸਤਿਗੁਰੂ ਨਾਨਕ ਦੇਵ ਜੀ ਜਦੋਂ ਥੋੜ੍ਹੇ ਵੱਡੇ ਹੋਏ ਤਾਂ ਜਿਵੇਂ ਪਿੰਡਾਂ ਦੇ ਵਿੱਚ ਇਹ ਆਮ ਤੌਰ 'ਤੇ ਹੁੰਦਾ ਕਿ ਬੱਚਾ ਜਦੋਂ ਤੋਂ ਚੱਲਣ ਫਿਰਨ ਲੱਗ ਜਾਏ ਉਸ ਦਿਨ ਤੋਂ ਉਸ ਨੂੰ ਕੰਮ ਮਿਲਣਾ ਸ਼ੁਰੂ ਹੋ ਜਾਂਦਾ। ਖਾਸ ਕਰਕੇ ਕਿਰਸਾਨੀ ਵਾਲੇ ਘਰਾਂ 'ਚ ਜਿੱਥੇ ਪਸ਼ੂ ਪਾ ਰੱਖੇ ਹੋਏ ਨੇ, ਉੱਥੇ ਜਦੋਂ ਤੋਂ ਚੱਲਣ ਲੱਗੇ ਉਸ ਨੂੰ ਘਰ ਦਾ ਕੋਈ ਨਾ ਕੋਈ ਕੰਮ ਦਿੱਤਾ ਜਾਂਦਾ। ਜਦੋਂ ਥੋੜ੍ਹਾ ਜਿਹਾ ਹੋਰ ਸਮਝਦਾਰ ਹੋ ਜਾਏ ਤਾਂ ਪਹਿਲਾ ਕੰਮ ਹੁੰਦਾ ਕਿ ਤੂੰ ਭਾਈ ਸਕੂਲੋਂ ਆ ਕੇ ਪਸ਼ੂਆਂ ਨੂੰ ਬਾਹਰ ਥੋੜ੍ਹਾ ਜਿਹਾ ਕਮਾ ਲਿਆਇਆ ਕਰ। ਇਵੇਂ ਹੀ ਮਹਿਤਾ ਕਾਲੂ ਨੇ ਵੀ ਯੋਗ ਸਮਝਿਆ ਕਿ ਬੱਚਾ ਵੱਡਾ ਹੋਇਆ ਹੈ, ਇਕੱਲਾ ਇਕੱਲਾ ਪੁੱਤਰ ਸੀ ਗੁਰੂ ਬਾਬਾ ਨਾਨਕ। ਇਹਨਾਂ ਨੂੰ ਵੀ ਸਤਿਗੁਰਾਂ ਕੰਮ ਦਿੱਤਾ ਕਿ ਕਾਕਾ ਤੂੰ ਇੰਝ ਕਰਿਆ ਕਰ, ਮੱਝਾਂ ਗਾਵਾਂ ਨੂੰ ਥੋੜ੍ਹਾ ਬਾਹਰ ਪਾਣੀ ਧਾਣੀ ਪਿਲਾ ਲਿਆਇਆ ਕਰ, ਕੋਈ ਖੱਬਲ ਘਾਹ ਖਾ ਕੇ ਸੋਹਣਾ ਦੁੱਧ ਦੇਣਗੀਆਂ। ਜਿਹੜੇ ਨੌਕਰ ਨੇ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ, ਇਸ ਕਰਕੇ ਇਹ ਤੂੰ ਹੁਣ ਸਿਆਣਾ ਆ, ਕੰਮ ਕਰਿਆ ਕਰ। ਗੁਰੂ ਨਾਨਕ ਦੇਵ ਜੀ ਪਿਤਾ ਦਾ ਕਹਿਣਾ ਮੰਨ ਕੇ ਮੱਝਾਂ ਚਾਰਨ ਦਾ ਕੰਮ ਸ਼ੁਰੂ ਕੀਤਾ। ਮੱਝਾਂ ਲੈ ਕੇ ਜਾਂਦੇ ਸੀ। ਇੱਕ ਦਿਨ ਕੀ ਹੋਇਆ, ਸਤਿਗੁਰੂ ਜੀ ਨੇ ਮੱਝਾਂ ਨੂੰ ਇੱਕ ਜੱਟ ਦੇ ਖੇਤ ਵਿੱਚ ਜੋ ਹਰਾ ਭਰਾ ਸੀ, ਉਸ ਦੀ ਵਾੜ ਨੂੰ ਤੋੜ ਕੇ ਆਪਣੀਆਂ ਮੱਝਾਂ ਨੂੰ ਉਸ ਖੇਤ ਵਿੱਚ ਵਾੜ ਦਿੱਤਾ। ਇਹ ਜੋ ਮੈਂ ਕਹਾਣੀ ਸੁਣਾ ਰਿਹਾ ਹਾਂ, ਇਹ ਮੈਂ ਕਹਾਣੀ ਨਹੀਂ ਬਣਾਈ, ਇਹ ਉਸੇ ਗੁਰਪ੍ਰਤਾਪ ਸੂਰਜ ਗ੍ਰੰਥ, ਜਿਸ ਨੂੰ ਸਿੱਖ ਕੌਮ ਬਹੁਤ ਮਹਾਨ ਕਹਿੰਦੀ ਹੈ, ਜਿਸ ਨੂੰ ਸਿੱਖ ਕੌਮ ਬਹੁਤ ਸਤਿਕਾਰ ਦੀ ਨਜ਼ਰ ਨਾਲ ਦੇਖਦੀ ਹੈ, ਉਸ ਵਿੱਚੋਂ ਸੁਣਾ ਰਿਹਾ ਹਾਂ। ਮੱਝਾਂ ਨੂੰ ਖੇਤ ਵਿੱਚ ਵਾੜ ਕੇ ਆਪ ਫ੍ਰੀ ਹੋ ਕੇ, ਨਿਸ਼ਚਿੰਤ ਹੋ ਕੇ ਸਤਿਗੁਰੂ ਜੀ ਇੱਕ ਦਰਖਤ ਦੇ ਥੱਲੇ ਸੌਂ ਗਏ। ਮੱਝਾਂ ਦਾ ਆਨੰਦ ਹੋ ਗਿਆ। ਹਰਾ ਕਣਕ ਸੀ, ਬਹੁਤ ਸਿੱਟੇ 'ਤੇ ਆਈ ਹੋਈ ਸੀ। ਉਹਨਾਂ ਨੇ ਪੇਟ ਭਰ ਕੇ ਕਣਕ ਸਾਰਾ ਖੇਤ ਖਾਧਾ, ਖੇਤ ਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ। ਕਿਤੇ ਗਈਆਂ ਨਹੀਂ, ਉਹ ਖੇਤ ਦੇ ਵਿੱਚ ਹੀ ਆਰਾਮ ਕਰ ਲਈ ਬੈਠ ਗਈਆਂ। ਗੁਰੂ ਨਾਨਕ ਦੇਵ ਜੀ ਕੂਕ ਸੁੱਤੇ ਪਏ ਨੇ, ਤਦ ਜੱਟ ਕਿਤੇ ਕਿਸਾਨ ਜਿਹੜਾ ਫੇਰਾ ਮਾਰਨ ਗੇਟ ਖੇਤ ਵੱਲ ਆਇਆ, ਕੀ ਦੇਖਦਾ ਕਿ ਉਸ ਦਾ ਖੇਤ ਪੂਰਾ ਬਰਬਾਦ ਹੋ ਗਿਆ। ਜੱਟ ਨੂੰ ਬਹੁਤ ਗੁੱਸਾ ਆਇਆ। ਉਹ ਸੁਭਾਵਿਕ ਹੈ, ਕਿਸੇ ਦਾ ਵੀ ਨੁਕਸਾਨ ਹੋਵੇ, ਮੇਰਾ ਤੁਹਾਡਾ ਜਿਹੜਾ ਖੇਤੀ ਕਰਦੇ ਉਹ ਜਾਣਦੇ ਨੇ ਕਿ ਫਸਲ ਦਾ ਨੁਕਸਾਨ ਜ਼ਿਮੀਂਦਾਰ ਨੂੰ ਮੰਨਣਾ ਕਿੰਨਾ ਔਖਾ ਹੁੰਦਾ, ਕਿੰਨਾ ਦੁੱਖ ਹੁੰਦਾ, ਕਿਉਂਕਿ ਬੜੀ ਮਿਹਨਤ ਨਾਲ ਫਸਲ ਪਾਲੀ ਹੁੰਦੀ ਹੈ। ਜੇਕਰ ਉਸ ਦਾ ਕੋਈ ਨੁਕਸਾਨ ਕਰ ਦੇ ਤਾਂ ਬਹੁਤ ਤਕਲੀਫ ਹੁੰਦੀ ਹੈ। ਇਸ ਤਰ੍ਹਾਂ ਕਰਕੇ ਜੱਟ ਨੂੰ ਵੀ ਬਹੁਤ ਤਕਲੀਫ ਹੋਈ ਅਤੇ ਉਹ ਬੜਾ ਗੁੱਸੇ ਵਿੱਚ ਬੋਲਣ ਲੱਗਾ। ਜਦੋਂ ਜ਼ੋਰ ਦੀ ਆਵਾਜ਼ ਸੁਣੀ ਤਾਂ ਗੁਰੂ ਨਾਨਕ ਦੇਵ ਜੀ ਉੱਠ ਕੇ ਬੈਠੇ, ਦੇਖਿਆ ਜੱਟ ਆ ਗਿਆ।
ਭੱਜ ਕੇ ਜਾ ਕੇ ਪਸ਼ੂਆਂ ਨੂੰ ਖੇਤਾਂ ਵਿੱਚੋਂ ਕੱਢਣ ਲੱਗੇ, ਮੱਝਾਂ ਗਾਵਾਂ ਨੂੰ। ਪਰ ਉਹ ਜ਼ਿਮੀਂਦਾਰ ਬਹੁਤ ਔਖਾ ਸੀ, ਬਹੁਤ ਗੁੱਸੇ ਵਿੱਚ ਸੀ। ਕਹਿੰਦਾ ਵੀ ਅੱਜ ਤੈਨੂੰ ਇੱਦਾਂ ਸੁੱਕੇ ਨਹੀਂ ਜਾਣ ਦੇਣਾ, ਅੱਜ ਤਾਂ ਮੈਂ ਮੁਆਵਜ਼ਾ ਲੈ ਕੇ ਛੱਡਾਂਗਾ, ਖੇਤੀ ਦੇ ਉਜਾੜੇ ਦੇ ਪੈਸੇ ਲੈ ਕੇ ਛੱਡਾਂਗਾ। ਜੋ ਨਹੀਂ ਦਿੰਦਾ ਤੇ ਚੱਲ ਰਾਏ ਬਲਾਰ ਕੋਲ ਚੱਲ। ਰਾਏ ਬਲਾਰ ਜੋ ਪਿੰਡ ਦਾ ਖੁਦ ਮੁਖਤਿਆਰ ਸੀ, ਉਸਦੇ ਕੋਲ ਮੱਝਾਂ ਗਾਵਾਂ ਨੂੰ ਹਿੱਕੇ ਲੈ ਗਿਆ। ਤੇ ਰਾਸਤੇ ਵਿੱਚ ਗੁਰੂ ਨਾਨਕ ਦੇਵ ਜੀ ਉਹਨੂੰ ਕੀ ਕਹਿੰਦੇ ਨੇ ਵੀ ਕੀ ਹੋਇਆ, ਨੁਕਸਾਨ ਤੇਰਾ ਹੋ ਗਿਆ, ਐਵੇਂ ਗੁੱਸਾ ਨਹੀਂ ਕਰੀਦਾ ਹੁੰਦਾ, ਜੋ ਤੇਰੀ ਕਿਸਮਤ 'ਚ ਹੈ ਉਹ ਤੈਨੂੰ ਮਿਲ ਹੀ ਜਾਣਾ, ਤੇ ਐਵੇਂ ਗੁੱਸਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜਿੰਨਾ ਕਿਸਮਤ 'ਚ ਲਿਖਿਆ ਹੁੰਦਾ ਉਹ ਮਿਲ ਜਾਣਾ, ਫਿਰ ਜਿਹੜਾ ਨੁਕਸਾਨ ਹੋ ਜਾਏ ਤੇਰੇ ਗੁੱਸੇ ਕਰਨਾ ਵਾਪਸ ਤਾਂ ਆਉਣਾ ਨਹੀਂ। ਇਸ ਕਰਕੇ ਤੂੰ ਗੁੱਸਾ ਨਾ ਕਰ, ਇਹ ਸਿਰਫ ਫਜ਼ੂਲ ਦੀਆਂ ਗੱਲਾਂ ਨੇ। ਤੇ ਜੱਟ ਨੂੰ ਹੋਰ ਗੁੱਸਾ ਆਵੇ, ਜਿਹੜਾ ਪੰਜਾਬੀ ਦਾ ਮੁਹਾਵਰਾ ਨਾਲੇ ਚੋਰ ਨਾਲੇ ਚਤਰ, ਉਹ ਗੁੱਸੇ ਨਾਲ ਹੋਰ ਭਰ ਗਿਆ। ਕਹਿੰਦਾ ਕੋਈ ਨਹੀਂ, ਮੈਂ ਦੱਸਦਾ, ਚਲੋ ਰਾਏ ਬਲਾਰ ਕੋ। ਜੱਟ ਨੇ ਰਾਏ ਬਲਾਰ ਕੋ ਜਾ ਕੇ ਸ਼ਿਕਾਇਤ ਕੀਤੀ। ਰਾਏ ਬਲਾਰ ਨੇ ਸਾਰੀ ਗੱਲ ਸੁਣੀ ਤਾਂ ਉਹਨੇ ਦੇਖਿਆ ਇਹ ਗੁਰੂ ਨਾਨਕ ਦਾ ਮਸਤਾਨਾ ਹੈ, ਤੇ ਇਹਨਾਂ ਮੈਂ ਕੀ ਗੱਲ ਕਰਾਂ। ਉਹਨ ਆਪਣੇ ਬੰਦੇ ਨੂੰ ਭੇਜਿਆ ਵੀ ਜਾਓ ਮਹਿਤਾ ਕਾਲੂ ਨੂੰ ਬੁਲਾ ਕੇ ਲਿਆਓ। ਰਾਏ ਬਲਾਰ ਦਾ ਬੰਦਾ ਗਿਆ, ਜਾ ਕੇ ਮਹਿਤਾ ਕਾਲੂ ਨੂੰ ਦੱਸਿਆ ਤੇਰੇ ਪੁੱਤਰ ਨੇ ਚੰਦ ਚਾੜ੍ਹ ਦਿੱਤਾ, ਆਓ। ਰਾਏ ਬਲਾਰ ਨੇ ਬੁਲਾਇਆ ਹੈ, ਜੱਟ ਦਾ ਪੂਰਾ ਖੇਤ ਨੁਕਸਾਨ ਕਰ ਦਿੱਤਾ। ਇਹ ਗੱਲ ਸੁਣ ਕੇ ਮਹਿਤਾ ਕਾਲੂ ਜੀ ਬਹੁਤ ਗੁੱਸੇ ਵਿੱਚ ਆਏ ਕਿ ਇਸ ਮੁੰਡਾ ਜਦੋਂ ਦਾ ਪੈਦਾ ਹੋਇਆ ਇਸ ਨੇ ਕੋਈ ਚੰਗਾ ਕੰਮ ਨਹੀਂ ਕੀਤਾ, ਹਮੇਸ਼ਾ ਨੁਕਸਾਨ ਅਲਾਮੇ ਹੀ ਆਉਂਦੇ ਨੇ। ਖੈਰ ਰਾਏ ਬਲਾਰ ਕੋ ਪਹੁੰਚੇ। ਰਾਏ ਬਲਾਰ ਨੇ ਕਿਹਾ ਵੀ ਮਹਿਤਾ ਜੀ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਹੈ? ਤੁਸੀਂ ਇਸ ਬੱਚੇ ਨੂੰ ਪਸ਼ੂ ਚਾਰਨ ਭੇਜਦੇ ਹੋ ਜੋ ਮਸਤਾਨਾ ਹੈ, ਭਾਵ ਜਿਸ ਦਾ ਦਿਮਾਗ ਕੰਮ ਨਹੀਂ ਕਰਦਾ, ਜੋ ਪੂਰੀ ਤਰ੍ਹਾਂ ਸਮਝ ਨਹੀਂ ਰੱਖਦਾ, ਤੇ ਤੁਸੀਂ ਇਹ ਜੱਟ ਦਾ ਨੁਕਸਾਨ ਕੀਤਾ ਹੈ। ਹੁਣ ਇਹਦਾ ਹੱਲ ਸਿਰਫ ਇਹੀ ਹੈ ਕਿ ਜੱਟ ਦਾ ਜਿਹੜਾ ਹਰਜਾਨਾ ਭਰ ਦਿਓ। ਮਹਿਤਾ ਕਲਿਆਣ ਦਾਸ ਬਹੁਤ ਹੀ ਗੁੱਸੇ ਵਿੱਚ ਹਨ ਔਰ ਬਹੁਤ ਪਰੇਸ਼ਾਨ ਹਨ। ਜਦੋਂ ਇਹ ਗੱਲਾਂ ਹੋ ਰਹੀਆਂ ਸਨ ਤਾਂ ਗੁਰੂ ਨਾਨਕ ਦੇਵ ਜੀ ਬੋਲੇ ਕਿ ਭਾਈ ਇਹ ਜੱਟ ਐਵੇਂ ਝੂਠ ਪਿਆ ਮਾਰਦਾ, ਜਾ ਕੇ ਪਹਿਲਾਂ ਖੇਤ ਦੀ ਵਾਰਦਾਤ ਤੋਂ ਦੇਖ ਲਓ, ਮੌਕਾ ਤਾਂ ਦੇਖ ਲਓ, ਐਵੇਂ ਸਾਨੂੰ ਡੰਨ ਲਾਉਣ ਤੋਂ ਪਹਿਲਾਂ, ਫੈਸਲਾ ਕਰਨ ਤੋਂ ਪਹਿਲਾਂ ਸੱਚਾਈ ਤੋਂ ਜਾਣ ਲਓ। ਮਹਿਤਾ ਕਲਿਆਣ ਦਾਸ ਜੀ ਨੇ ਰਾਏ ਬਲਾਰ ਜੀ ਨੇ ਆਪਣਾ ਇੱਕ ਬੰਦਾ ਭੇਜਿਆ ਤਾਂ ਜਾ ਕੇ ਉਹਨੂੰ ਕਿਹਾ ਵੀ ਪਤਾ ਕਰਕੇ ਆ। ਉਹ ਬੰਦਾ ਗਿਆ, ਜਾ ਕੇ ਕੀ ਦੇਖਦਾ, ਖੇਤ ਤਾਂ ਫਸਟ ਕਲਾਸ ਹੈ, ਉਹਦੇ ਵਿੱਚ ਤਾਂ ਕੋਈ ਇੱਕ ਵੀ ਪੱਠਾ ਮਿੰਧਿਆ ਨਹੀਂ ਗਿਆ, ਖੇਤ ਬਿਲਕੁਲ ਹਰਾ ਭਰਾ ਹੈ। ਉਹਨਾਂ ਆ ਕੇ ਰਿਪੋਰਟ ਦਿੱਤੀ ਕਿ ਖੇਤ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਜੱਟ ਨੂੰ ਹੋਰ ਗੁੱਸਾ ਚੜ੍ਹਿਆ ਤੇ ਉਹ ਕਹਿੰਦਾ ਹੈ ਮੈਂ ਤਾਂ ਦੇਖਿਆ ਉੱਥੇ ਬਚਿਆ ਹੀ ਕੁਛ ਨਹੀਂ। ਦੁਬਾਰਾ ਫਿਰ ਜੱਟ ਦੇਖਣ ਗਿਆ, ਜਦੋਂ ਜ਼ਿਮੀਂਦਾਰ ਖੇਤ ਦੇਖ ਕੇ ਆਇਆ, ਦੇਖਦਾ ਖੇਤ ਤਾਂ ਹਰਾ ਭਰਾ ਹੈ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕਹਾਣੀ ਕੀ ਬਣੀ ਹੈ। ਤਾਂ ਇਸ ਤਰ੍ਹਾਂ ਕਰਕੇ ਜਦੋਂ ਵਾਪਸ ਆਇਆ, ਉਹਨ ਆਪਣਾ ਕਿਹਾ ਖੇਤ ਤਾਂ ਹਰਾ ਭਰਾ ਹੈ। ਉਸ ਨੂੰ ਬਹੁਤ ਡਾਂਟ ਪਈ, ਉਸ ਨੂੰ ਬਹੁਤ ਬੁਰਾ ਭਲਾ ਗਿਆ। ਇੱਥੋਂ ਤੱਕ ਗੁਰੂ ਨਾਨਕ ਨੇ ਕਿਹਾ ਵੀ ਇਹ ਤਾਂ ਮੂੜ ਬੰਦੇ ਹੁੰਦੇ ਆ, ਇਹਨਾਂ ਦੇ ਕਹਿਣ 'ਤੇ ਤੁਸੀਂ ਕਿਉਂ ਇੱਦਾਂ ਸ਼ਿਕਾਇਤਾਂ ਲੈਂਦੇ ਹੋ, ਇਹ ਗਵਾਰ ਬੰਦੇ ਹੁੰਦੇ ਆ। ਮਤਲਬ ਗੁਰੂ ਨਾਨਕ ਸਾਹਿਬ ਨਾਲੇ ਤਾਂ ਜੱਟ ਦੀ ਫਸਲ ਉਜਾੜੀ ਅਤੇ ਨਾਲੇ ਉਹਨੂੰ ਗਵਾਰ ਕਹਿ ਰਹੇ ਨੇ। ਖੈਰ ਜੱਟ ਬੜਾ ਸ਼ਰਮਿੰਦਾ ਹੋਇਆ, ਭਾਵ ਦੋਸ਼ੀ ਜੱਟ ਹੋ ਗਿਆ ਔਰ ਗੁਰੂ ਨਾਨਕ ਸੁਰਖਰੂ ਹੋ ਗਏ। ਮਹਿਤਾ ਕਾਲੂ ਅਤੇ ਗੁਰੂ ਨਾਨਕ ਦੇਵ ਜੀ ਆਪਣੇ ਘਰ ਨੂੰ ਖੁਸ਼ੀ ਜਿੱਦਾਂ ਕੋਈ ਮੋਰਚਾ ਫਤਿਹ ਕਰਕੇ ਆਏ ਹੁੰਦੇ ਆ, ਵਾਪਸ ਆ ਗਏ। ਹੁਣ ਇਸ ਕਹਾਣੀ ਦਾ ਵਿਸ਼ਲੇਸ਼ਣ ਅਸੀਂ ਕਰਨਾ। ਇਹ ਕਹਾਣੀ ਹੁਣ ਤੱਕ ਉਹ ਸੁਣਾਈ ਹੈ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੀ ਹੋਈ ਹੈ। ਆਮ ਤੌਰ 'ਤੇ ਸਾਡੀ ਸੰਗਤ ਇਸ ਕਹਾਣੀ ਦੇ ਉੱਤੇ ਹੀ ਜਕਾਰੇ ਛੱਡੀ ਜਾਂਦੀ ਕਿ ਬਾਬੇ ਨੇ ਕਰਾਮਾਤ ਦਿਖਾਈ, ਬਾਬੇ ਨੇ ਬਹੁਤ ਵੱਡਾ ਕੰਮ ਕੀਤਾ। ਸੋਚਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਉਪਦੇਸ਼ ਇਹੀ ਹੈ, ਕਿਰਤ ਕਰਨਾ, ਆਪਣੇ ਹੱਥੀਂ ਕੰਮ ਕਰਨਾ। ਕਿ ਉਹ ਜੱਟ, ਉਹ ਕਿਸਾਨ ਇਹ ਕੰਮ ਨਹੀਂ ਸੀ ਕਰ ਰਿਹਾ। ਉਹ ਉਸਨੇ ਖੇਤ ਨੂੰ ਵਾਹਿਆ, ਖੇਤ ਨੂੰ ਰੌਣੀ ਕੀਤੀ, ਵੱਤਰ ਆਈ ਅਤੇ ਕਣਕ ਬੀਜੀ, ਉਸ ਦੀ ਗੋਡੀ ਕੀਤੀ, ਸਮੇਂ ਤੋਂ ਸਮੇਂ ਪਾਣੀ ਲਾਉਂਦਾ ਰਿਹਾ, ਕਿਰਤ ਕਰਦਾ ਰਿਹਾ। ਜਦੋਂ ਉਹ ਪੱਕਣ 'ਤੇ ਆਈ ਤਾਂ ਗੁਰੂ ਨਾਨਕ ਦੇਵ ਜੀ ਨੇ
ਉਹਨਾਂ ਨੂੰ ਮੱਝਾਂ ਨਾਲ ਉਹਦਾ ਖੇਤ ਉਜਾੜ ਦਿੱਤਾ। ਜਦੋਂ ਫਸ ਗਏ ਫਿਰ ਆਪਣੀ ਸ਼ਕਤੀ ਦਿਖਾ ਕੇ, ਆਪਣੀ ਕਰਾਮਾਤ ਦਿਖਾ ਕੇ ਉਸ ਸੱਚੇ ਸੁੱਚੇ ਇਨਸਾਨ ਨੂੰ, ਨੇਕ ਦਿਲ ਇਨਸਾਨ ਨੂੰ ਭਰੀ ਸਭਾ ਵਿੱਚ ਲੱਜਤ ਕੀਤਾ। ਕਿ ਗੁਰੂ ਨਾਨਕ ਸਾਡੇ ਐਸੇ ਸਨ? ਅਸੀਂ ਕਦੀ ਵੀ ਠਹਿਰ ਕੇ, ਰੁਕ ਕੇ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜੇਕਰ ਐਸੀ ਅਸੀਂ ਗੱਲਾਂ ਸਮਾਜ ਵਿੱਚ ਐਸੀਆਂ ਚਲਾਉਣੀਆਂ ਨੇ, ਐਸੇ ਸਮਾਜ ਦੀ ਸਿਰਜਣਾ ਕਰਨੀ ਹੈ, ਕੀ ਲਾਹਾ ਹੋਏਗਾ? ਕਿ ਸਾਡੇ ਪੁੱਤਰ ਨੂੰ, ਆਪਣੇ ਨੂੰ ਅਸੀਂ ਕਿਤੇ ਕੰਮ ਭੇਜੀਏ, ਉਹ ਕੰਮ 'ਤੇ ਸੌਂ ਜਾਏ, ਅਲਗਰਦ ਹੋ ਜਾਏ, ਕੰਮ ਨੂੰ ਧਿਆਨ ਦੇ ਨਾਲ ਨਾ ਕਰੇ, ਕਿ ਅਸੀਂ ਜਾਂ ਸਾਡਾ ਸਮਾਜ ਉਸ ਨੂੰ ਚੰਗਾ ਸਮਝੇਗਾ? ਪਰ ਇਹ ਕਹਾਣੀਆਂ ਸੁਣ ਸੁਣ ਕੇ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਇੱਕ ਸੱਚੇ ਸੁੱਚੇ ਕਿਰਤੀ ਕਿਰਸਾਨ ਨੂੰ ਭਰੀ ਸਭਾ ਵਿੱਚ ਬੇਇੱਜ਼ਤ ਕਰਨਾ, ਇਹ ਸਾਨੂੰ ਚੰਗਾ ਲੱਗਦਾ ਹੈ, ਕਿਉਂਕਿ ਸਾਡੇ ਗੁਰੂ ਨਾਨਕ ਦੁਆਰਾ ਕਰਾਇਆ ਜਾ ਰਿਹਾ। ਪਰ ਉਹ ਗੁਰਮੁਖ ਪਿਆਰਾ ਪਿੰਡ ਦਾ ਜਿਹੜਾ ਕਤਲ ਹੋਣ ਤੋਂ ਬਚਾਉਣ ਲਈ ਗਿਆ ਸੀ, ਜਦੋਂ ਉਸ ਨੂੰ ਫਾਂਸੀ ਲੱਗਦੀ ਹੈ, ਉਦੋਂ ਅਸੀਂ ਇਸ ਨੂੰ ਬੁਰਾ ਮਨਾਉਂਦੇ ਹਾਂ। ਅਸੀਂ ਕਹਾਣੀਆਂ ਐਸੀਆਂ ਪ੍ਰਚਲਿਤ ਕੀਤੀਆਂ ਫਿਰ ਕਿਸੇ ਤਰੀਕੇ ਨਾਲ ਵੀ ਜਿਹੜਾ ਬਚ ਗਿਆ ਉਹ ਸੱਚਾ ਹੈ, ਜੇ ਸੱਚਾ ਫਸ ਗਿਆ ਤਾਂ ਠੀਕ ਹੈ, ਕੋਈ ਨਹੀਂ। ਇਹ ਕਹਾਣੀਆਂ ਸਾਡੀਆਂ ਇਹ ਕਹਿੰਦੀਆਂ, ਪਰ ਵਿਵਹਾਰਕ ਜੀਵਨ ਵਿੱਚ ਅਸੀਂ ਇਸ ਗੱਲ ਨੂੰ ਪਸੰਦ ਨਹੀਂ ਕਰਦੇ। ਅਸੀਂ ਕਹਿੰਦੇ ਵੀ ਇਹ ਗਲਤ ਹੋਇਆ ਹੈ। ਇਹਨਾਂ ਕਹਾਣੀਆਂ ਨੇ ਸਾਡੇ ਧਰਮ ਨੂੰ ਇੰਨਾ ਨੁਕਸਾਨ ਪਹੁੰਚਾਇਆ ਹੈ ਕਿ ਇਸੇ ਕਰਕੇ ਅਸੀਂ ਇੱਕਦਮ ਕਿਸੇ ਤਰ੍ਹਾਂ ਦੀ ਵੀ ਕੋਈ ਤਰੱਕੀ ਨਹੀਂ ਕਰ ਪਾਉਂਦੇ। ਇੱਥੇ ਹੀ ਬਸ ਨਹੀਂ, ਜਦੋਂ ਦੂਜਾ ਕੰਮ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ ਗਿਆ, ਪਿਤਾ ਜੀ ਨੇ ਕਹਿੰਦੇ 20 ਰੁਪਏ ਦਿੱਤੇ। 20 ਰੁਪਏ ਲਿਜਾ ਕੇ ਰਾਹ ਦੇ ਵਿੱਚ ਭੁੱਖੇ ਸਾਧੂਆਂ ਨੂੰ, ਵਿਹਲੜ ਲੋਕਾਂ ਨੂੰ ਜਾ ਕੇ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਲੰਗਰ ਛਕਾ ਦਿੱਤਾ। ਇਸ ਨੂੰ ਸੱਚਾ ਸੌਦਾ ਕਿਹਾ ਗਿਆ। ਇਸ ਸੱਚੇ ਸੌਦੇ ਦੇ ਨਾਂ 'ਤੇ ਅਸੀਂ ਪਤਾ ਨਹੀਂ ਕਿੰਨੇ ਕੁ ਲੈਕਚਰ, ਕਿੰਨੀਆਂ ਕੁ ਗੱਪਾਂ ਮਾਰਦੇ ਹਾਂ। ਆਓ ਅਸੀਂ ਗੁਰੂ ਨਾਨਕ ਦੇਵ ਦੀ ਆਪਣੀ ਵਿਚਾਰਧਾਰਾ ਪੜ੍ਹੀਏ ਕਿ ਸਾਡੇ ਸਤਿਗੁਰੂ ਜੀ ਐਸੀਆਂ ਗੱਲਾਂ ਦੇ ਹਾਮੀ ਸਨ ਜਾਂ ਨਹੀਂ ਸਨ। ਗੁਰੂ ਨਾਨਕ ਦੇਵ ਜੀ ਦਾ ਆਪਣਾ ਸ਼ਬਦ ਹੈ, ਮਖੱਟੂ ਹੋਏ ਕਹਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ। ਹੋਰ ਹੈ ਜੋ ਹੱਡ ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦੇ ਹਨ। ਭਾਵ ਉਹ ਕੰਮ ਨਹੀਂ ਕਰਨਾ ਚਾਹੁੰਦੇ, ਇਸ ਕਰਕੇ ਧਰਮ ਦਾ ਭੇਖ ਧਾਰਨ ਕਰ ਲੈਂਦੇ ਹਨ। ਅਤੇ ਸਾਹਿਬ ਕਹਿੰਦੇ ਨੇ ਉਹ ਫਕੀਰ ਬਣ ਜਾਂਦਾ ਹੈ, ਕੁੱਲ ਦੀ ਅਣਖ ਗਵਾ ਬੈਠਦਾ ਹੈ। ਭਾਵ ਉਹ ਇੱਕ ਘਟੀਆ ਇਨਸਾਨ ਹੈ। ਗੁਰੂ ਨਾਨਕ ਦੇ ਸ਼ਬਦਾਂ ਵਿੱਚ ਜਿਹੜਾ ਵਿਹਲੜ ਬੰਦਾ ਹੈ, ਧਰਮ ਦੇ ਨਾਂ 'ਤੇ ਵਿਹਲੀਆਂ ਖਾਂਦਾ ਹੈ, ਭਾਵੇਂ ਸਾਧੂ ਹੋਵੇ, ਸੰਤ ਹੋਵੇ, ਕੋਈ ਭਾਗਵੇਂ ਕੱਪੜਿਆਂ ਵਾਲਾ ਹੋਵੇ, ਗੁਰੂ ਨਾਨਕ ਸਾਹਿਬ ਜੀ ਆਪਣੀ ਬਾਣੀ ਵਿੱਚ ਉਸ ਨੂੰ ਪਸੰਦ ਨਹੀਂ ਕਰਦੇ। ਉਹ ਕਹਿੰਦਾ ਬੇਗੈਰਤ ਬੰਦੇ ਨੇ, ਇਹਨਾਂ ਦੀ ਗੈਰਤ ਮਰ ਗਈ ਹੈ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਗੁਰ ਪੀਰ ਸਦਾਏ ਮੰਗਣ ਜਾਏ। ਗੁਰੂ ਬਣ ਜਾਂਦੇ ਨੇ, ਭੇਖ ਕਰਕੇ ਗੁਰੂ ਬਣ ਜਾਂਦੇ ਨੇ, ਪਰ ਲੋਕਾਂ ਦੇ ਘਰ ਮੰਗਣ ਜਾਂਦੇ ਹੈ। ਤਾਂ ਕਹਿ ਮੂਲ ਨਾ ਲੱਗੀ ਹੈ ਪਾਏ। ਗਲਤੀ ਨਾ ਵੀ, ਭੁੱਲ ਕੇ ਵੀ ਨਾ ਉਹਨਾਂ ਦੇ ਪੈਰੀ ਲੱਗਣਾ, ਮਤਲਬ ਉਹਨਾਂ ਨੂੰ ਕੋਈ ਸਤਿਕਾਰ ਦੇਣਾ। ਜਿਹੜੇ ਧਰਮ ਦੇ ਨਾਂ 'ਤੇ ਵਿਹਲੜ ਲੋਕ ਤੁਰੇ ਫਿਰਦੇ ਨੇ, ਗਲਤੀ ਨਾਲ ਵੀ ਉਹਨਾਂ ਨੂੰ ਕੋਈ ਸਤਿਕਾਰ ਨਹੀਂ ਦੇਣਾ। ਉਹਨਾਂ ਨੂੰ ਇਹ ਕਹਿਣਾ ਕਿ ਪੁੱਤਰ, ਕਾਕਾ, ਕੋਈ ਹੱਥ ਹਿਲਾਇਆ ਕਰੋ, ਕੰਮ ਕਰੋ, ਰੋਟੀ ਕਮਾਓ ਅਤੇ ਖਾਓ। ਗੁਰੂ ਨਾਨਕ ਦੇਵ ਜੀ ਸਤਿਕਾਰ ਕਿਹਨੂੰ ਦਿੰਦੇ ਆ? ਆਓ ਸੁਣੀਏ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ ਆਪ ਖਾਂਦੇ ਹਨ ਅਤੇ ਉਸ ਕਮਾਈ ਵਿੱਚੋਂ ਜਿਹੜਾ ਲੋੜਵੰਦ ਵਿਹਲੜ ਨਹੀਂ, ਲੋੜਵੰਦ ਉਹ ਨੇ ਜਿਨ੍ਹਾਂ ਦਾ ਸਰੀਰ ਕੰਮ ਨਹੀਂ ਕਰਦਾ, ਬਿਮਾਰੀ ਕਾਰਨ ਕੁਛ ਪ੍ਰੋਬਲਮ ਹੈ, ਉਹਨਾਂ ਲੋਕਾਂ ਲਈ ਵੰਡ ਕੇ ਉਹਨਾਂ ਨਾਲ ਖਾਣਾ, ਉਹਨਾਂ ਦੀ ਮਦਦ ਕਰਨਾ। ਸਾਹਿਬ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹਨਾਂ ਲੋਕਾਂ ਨੇ ਹੀ ਸਹੀ ਰਾਸਤੇ ਨੂੰ ਪਛਾਣਿਆ ਹੈ। ਇਹ ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇੱਕ ਨਹੀਂ, ਅਨੇਕਾਂ ਸ਼ਬਦ ਨੇ। ਪਰ ਸਾਨੂੰ ਕੀ ਸਿਖਾ ਦਿੱਤਾ ਗਿਆ? ਵਿਹਲੜ ਲੋਕਾਂ ਨੂੰ ਪਿਤਾ ਨੇ ਕੀਤੀ ਕਮਾਈ, ਪਿਤਾ ਨੇ ਦਿੱਤੇ 20 ਰੁਪਏ। ਕਦੋਂ?
ਅੱਜ ਤੋਂ 550 ਸਾਲ ਪਹਿਲਾਂ ਜਦ ਕਿ ਅੱਜ ਤੋਂ 100 ਸਾਲ ਪਹਿਲਾਂ ਇੱਕ ਬੰਦੇ ਦੀ ਤਨਖਾਹ 5 ਰੁਪਈਏ ਹੁੰਦੀ ਸੀ। 550 ਸਾਲ ਪਹਿਲਾਂ 20 ਰੁਪਈਏ ਦੀ ਰਕਮ ਕਿੰਨੀ ਹੋਵੇਗੀ ਕਿਤੇ ਅੰਦਾਜ਼ਾ ਲਗਾਉਣ ਲੱਗ ਜਾਓ ਤੇ ਅੰਦਾਜ਼ਾ ਲਗਾਉਣਾ ਔਖਾ ਹੈ। ਰਕਮ ਦਿੱਤੀ ਕਿਹਨੂੰ? 18 ਸਾਲ ਦੇ ਗੁਰੂ ਨਾਨਕ ਨੇ ਤੇ 15 ਸਾਲ ਦਾ ਜਿਹੜਾ ਕਹਾਣੀ ਲਿਖਾ ਰਿਹਾ ਕੌਣ? ਭਾਈ ਵਾਲਾ, ਜਿਹੜਾ ਅਸਲ 'ਚ ਇਤਿਹਾਸ ਵਿੱਚ ਕਿਤੇ ਹੋਇਆ ਹੀ ਨਹੀਂ। ਤੁਸੀਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੋ, ਉਹ ਕਹਿੰਦੇ ਨੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਕਿਤੇ ਬਾਲੇ ਦਾ ਜ਼ਿਕਰ ਨਹੀਂ ਕਰਦੇ। ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਪੜ੍ਹੋ, ਕੱਤਕੇ ਵਿਸਾਖ, ਪੂਰੇ ਵੇਰਵੇ ਨਾਲ ਉਹ ਸਿੱਧ ਕਰਦੇ ਨੇ ਕਿ ਭਾਈ ਬਾਲੇ ਨਾਲ ਦਾ ਕੋਈ ਬੰਦਾ ਹੋਇਆ ਹੀ ਨਹੀਂ। ਤੇ ਅਸੀਂ ਕਹਾਣੀਆਂ ਦੇ ਵਿੱਚ ਕੀ ਕਿਹਾ ਗਿਆ ਕਿ ਸੌਦਾ, ਸੱਚਾ ਸੌਦਾ ਕਰਨ ਲਈ ਮਹਿਤਾ ਕਾਲੂ ਨੇ ਭੇਜਿਆ, 20 ਰੁਪਈਏ ਦਿੱਤੇ ਕਿਹਨੂੰ? ਭਾਈ ਬਾਲੇ ਨੂੰ, ਜਿਹੜਾ ਗੁਰੂ ਨਾਨਕ ਨਾਲੋਂ 3 ਸਾਲ ਛੋਟਾ ਸੀ। ਜੇ ਗੁਰੂ ਨਾਨਕ ਦੀ ਉਮਰ 20 ਸਾਲ ਹੈ, ਉਹਦੀ 15 ਤੇ 17 ਸਾਲ ਹੈ। ਜੇ ਗੁਰੂ ਨਾਨਕ ਦੀ 18 ਸਾਲ ਉਮਰ ਹੈ ਤੇ ਉਹਦੀ 15 ਸਾਲ ਉਮਰ ਹੈ। ਇੱਕ ਨਾਲ ਇਹ ਵੀ ਕਿਹਾ ਵੀ ਇਹਨੂੰ ਕੋਈ ਅਕਲ ਨਹੀਂ, ਸਮਝ ਨਹੀਂ ਗੁਰੂ ਨਾਨਕ ਨੂੰ, ਤੂੰ ਭਾਈ ਬਾਲੇ ਤੂੰ ਸਿਆਣਾ। ਕਿਉਂਕਿ ਭਾਈ ਬਾਲਾ ਹੀ ਲਿਖਾ ਰਿਹਾ, ਹਰ ਜਗ੍ਹਾ ਉਹ ਆਪਣੇ ਆਪ ਨੂੰ ਬਣ ਜਾਂਦਾ ਸਿਆਣਾ। ਤੇ ਉੱਧਰ ਜੇ ਮਰਦਾਨਾ ਨਾਲ ਹੋਵੇ, ਉਹਨੂੰ ਵਿਚਾਰੇ ਨੂੰ ਇੱਕ ਤਮਾਸ਼ਬੀਨ ਦੀ ਤਰ੍ਹਾਂ ਨਾਲ ਖਿੱਚੀ ਫਿਰਦੇ ਆ, ਉਹਦੀ ਇੰਨੀ ਹੇਠੀ ਕਰਦੇ ਹਰ ਜਗ੍ਹਾ ਵੀ ਜਿਵੇਂ ਉਹਦੇ ਵਿੱਚ ਕੋਈ ਗੁਣ ਹੀ ਨਹੀਂ ਹੁੰਦਾ। ਜਦ ਕਿ ਅਗਰ ਰੀਅਲ ਸੈਂਸ, ਅਸਲੀਅਤ ਵਿੱਚ ਦੇਖਿਆ ਜਾਵੇ ਕਿ ਗੁਰੂ ਨਾਨਕ ਤੋਂ ਬਾਅਦ 'ਚ ਸਭ ਤੋਂ ਪਿਆਰਾ ਉਹਦਾ ਕੋਈ ਸਿੱਖ ਸੀ ਗੁਰੂ ਨਾਨਕ ਦਾ, ਤੇ ਉਹ ਭਾਈ ਮਰਦਾਨਾ ਸੀ। ਜਿਨ ਸਾਰੀ ਉਮਰ ਗੁਰੂ ਨਾਨਕ ਦਾ ਔਖੇ ਸੌਖੇ ਵੇਲੇ ਪਹਾੜਾਂ ਵਿੱਚ ਤੇ ਉਜਾੜਾਂ ਵਿੱਚ ਸਾਥ ਦਿੱਤਾ, ਉਹ ਭਾਈ ਮਰਦਾਨਾ ਸੀ। ਪਰ ਇਹ ਇਤਿਹਾਸਕਾਰਾਂ ਨੇ ਜਿਹੜੇ ਹੋਏ ਨਹੀਂ, ਜਿਨ੍ਹਾਂ ਦੇ ਨਾਂ ਘੜ ਕੇ ਲਿਖ ਲਿਆ ਗਿਆ, ਉਹਨਾਂ ਨੇ ਬਦਨਾਮੀ। ਜਿਹੜਾ ਵੀ ਕੋਈ ਨੇਕ ਪੁਰਸ਼ ਹੈ ਨਾ, ਨੇਕ ਮਤਲਬ ਇਹਨਾਂ ਅਨੁਸਾਰ ਉਹ ਨੀਚ ਜਾਤੀ ਦਾ ਹੋਵੇ, ਇਹਨਾਂ ਅਨੁਸਾਰ ਉਹ ਔਰਤ ਹੋਵੇ, ਇਹਨਾਂ ਅਨੁਸਾਰ ਕੋਈ ਹੋਰ ਧਰਮ ਦਾ ਹੋਵੇ, ਉਸ ਬੰਦੇ ਦੀ ਇਹਨਾਂ ਨੇ ਰੱਜ ਕੇ ਇਨਸਲਟ ਕਰਨੀ ਆ। ਉਹ ਮਹਾਨ ਵੀ ਜੇ ਹੋ ਗਿਆ, ਜੇ ਉਸ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਵੀ ਗਈ, ਪਰ ਇਹਨਾਂ ਨੇ ਉਸ ਦੇ ਨਾਲ ਐਸੀਆਂ ਕਹਾਣੀਆਂ ਜੋੜਨੀਆਂ ਨੇ ਜਿਨ੍ਹਾਂ ਕਹਾਣੀਆਂ ਸਦਕਾ ਲੋਕੀ ਉਹਨਾਂ ਨੂੰ ਹਾਸੀ ਦੇ ਪਾਤਰ ਜਾਂ ਨਫ਼ਰਤ ਦੇ ਪਾਤਰ ਮੰਨ ਲੈਣ। ਕਿਉਂ? ਕਹਾਣੀ ਘੜਨ ਵਾਲੇ ਉਹ ਇਹਨਾਂ ਨੀਚ ਜਾਤੀਆਂ ਦੇ, ਔਰਤਾਂ ਦੇ ਤੇ ਹੋਰ ਧਰਮਾਂ ਦੇ ਲੋਕਾਂ ਦੇ ਵਿਰੋਧੀ ਬੰਦੇ ਨੇ, ਜਿਨ੍ਹਾਂ ਨੇ ਕਹਾਣੀਆਂ ਲਿਖੀਆਂ। ਗੁਰੂ ਸਾਹਿਬਾਨ ਦਾ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਅੱਗੇ ਚਲੀਏ। ਤੀਜਾ ਕੰਮ ਜੋ ਸਤਿਗੁਰੂ ਨੂੰ ਬਖਸ਼ਿਆ ਗਿਆ, ਉਹ ਮੋਦੀ ਖਾਨੇ ਦੇ ਵਿੱਚ ਨੌਕਰੀ ਦਾ। ਉਹ ਕਹਾਣੀ ਵਿੱਚ ਵੀ ਗੁਰੂ ਬਾਬੇ ਨਾਨਕ ਨੂੰ ਐਡਾ ਅਲਗਰਜ ਦਿਖਾਇਆ ਗਿਆ ਕਿ ਉਹ 13 ਕਰਕੇ ਲੁਟਾਈ ਜਾਂਦਾ ਸੀ। ਸਾਨੂੰ ਕਹਾਣੀਆਂ ਸੁਣਾਈ ਜਾਂਦੇ ਆ, ਅਸੀਂ ਸੁਣ ਕੇ ਜਕਾਰੇ ਛੱਡੀ ਜਾਂਦੇ ਆ। ਤੇ ਜਦੋਂ ਕਹਿੰਦੇ ਹਿਸਾਬ ਹੁੰਦਾ ਸੀ, ਬਾਬੇ ਨਾਨਕ ਦੇ ਪੈਸੇ ਵਾਧੂ ਨਿਕਲਦੇ ਸਨ। ਜਿਹੜਾ ਅਕਾਊਂਟ ਦਾ ਹਿਸਾਬ ਕਿਤਾਬ ਕਰਨਾ ਜਾਣਦਾ ਨਾ, ਜਿਹੜਾ ਕਿਤੇ ਬੈਂਕ 'ਚ ਵੀ ਕੰਮ ਕਰਦਾ, ਉਹਨੂੰ ਵੀ ਪਤਾ। ਔਰ ਪ੍ਰੈਕਟੀਕਲੀ ਮੈਂ ਖੁਦ ਇਹ ਕੰਮ ਕਰਦਾ ਰਿਹਾ। ਮੈਂ ਇੱਕ ਐਸੀ ਜਗ੍ਹਾ ਯੂਨਿਟ 'ਚ ਪੋਸਟਡ ਸੀਗਾ ਜਿੱਥੇ ਹਰ ਹੈੱਡ ਦੇ ਤਹਿਤ ਪੈਸੇ ਆਉਂਦੇ ਆ। ਇਹ ਕਮਿਊਨੀਕੇਸ਼ਨ, ਟਰਾਂਸਪੋਰਟੇਸ਼ਨ, ਇਹ ਹਰ ਚੀਜ਼ ਦੇ ਅਗੇਂਸਟ ਪੈਸੇ ਆਉਂਦੇ ਆ। ਅਤੇ ਸਾਡਾ ਜਿਹੜਾ ਬੌਸ ਸੀ, ਉਹ ਹਰ ਹੈੱਡ ਦੇ ਪੈਸੇ ਅਲੱਗ-ਅਲੱਗ ਲਿਫਾਫਿਆਂ ਵਿੱਚ ਪਾ ਕੇ ਰੱਖਦਾ ਸੀ। ਹਮੇਸ਼ਾ ਗਿਣਤੀ ਪੂਰੀ ਰੱਖਦਾ ਸੀ, ਨਾ 5 ਪੈਸੇ ਵੱਧ ਨਾ ਤੇ 5 ਪੈਸੇ ਘੱਟ। ਕਈ ਵਾਰ ਗੱਡੀ 'ਚ ਡੀਜ਼ਲ ਪਾਉਣ ਜਾਣਾ ਅਤੇ ਪੈਟਰੋਲ ਪੰਪ ਵਾਲੇ ਨੇ 15 ਪੈਸੇ ਵਾਪਸ ਨਹੀਂ ਕਰਨੇ। ਜਦੋਂ ਉਹਦੇ ਕੋਲ ਮੈਂ ਬੌਸ ਕੋਲ ਪੈਸੇ ਜਮ੍ਹਾਂ ਕਰਨ ਆਉਣਾ ਅਤੇ ਉਹਨ ਕਹਿਣਾ 15 ਪੈਸੇ ਕਿੱਥੇ ਆ? ਮੈਂ ਕਹਿਣਾ ਜੀ ਉਹਨ ਦਿੱਤੇ ਨਹੀਂ। ਉਹ ਕਹਿੰਦੇ ਸੀ ਵੀ ਮੈਨੂੰ ਨਹੀਂ ਪਤਾ ਹੁਣ ਦਿੱਤੇ ਜਾਂ ਨਹੀਂ ਦਿੱਤੇ, ਮੇਰੇ ਅਕਾਊਂਟ ਵਿੱਚ 15 ਪੈਸੇ ਆਉਣੇ ਚਾਹੀਦੇ ਹਨ, ਤੂੰ ਜਿੱਥੋਂ ਮਰਜ਼ੀ ਲਿਆ ਕੇ ਦੇ। ਭਾਵ ਜਿਹੜਾ ਅਕਾਊਂਟ ਦਾ ਕੰਮ ਹੈ ਉਹ ਪਲੱਸ ਹੋਇਆ ਵੀ ਮਾੜਾ ਅਤੇ ਮਾਈਨਸ ਹੋਇਆ ਵੀ ਮਾੜਾ। ਅਕਾਊਂਟ ਬੈਂਕ ਵਾਲੇ ਸ਼ਾਮ ਨੂੰ ਹਿਸਾਬ ਕਿਤਾਬ ਕਰਦੇ ਨੇ, ਜਦੋਂ ਤੱਕ ਪੂਰਾ ਹਿਸਾਬ ਟੈਲੀ ਨਹੀਂ ਹੋ ਜਾਂਦਾ ਛੁੱਟੀ ਨਹੀਂ ਹੁੰਦੀ। ਪੈਸੇ ਵੱਧ ਜਾਣ ਤਾਂ ਵੀ ਪ੍ਰੋਬਲਮ, ਪੈਸੇ ਘੱਟ ਜਾਣ ਤਾਂ ਵੀ ਪ੍ਰੋਬਲਮ। ਪਰ ਕਿਉਂਕਿ ਅਸੀਂ ਬਾਬੇ ਨਾਨਕ ਨੂੰ ਕਰਾਮਾਤਾਂ ਕਰਦੇ ਹੋਏ ਦਿਖਾਉਣਾ ਸੀ,
ਅਸੀਂ ਭੁੱਲ ਗਏ ਕਿ ਸਮਾਂ ਆਊਗਾ ਇਹਨਾਂ ਦੀ ਪੜਚੋਲ ਵੀ ਹੋਣੀ ਹੈ। ਅਸੀਂ ਖਿਆਲ ਹੀ ਨਹੀਂ ਕੀਤਾ ਕਹਾਣੀ ਲਿਖਣ ਵਾਲਿਆਂ ਨੇ। ਉਹਨਾਂ ਨੇ ਲਿਖਿਆ ਵੀ 13 ਲੁਟਾਈ ਜਾਂਦਾ ਸੀ, ਹਿਸਾਬ ਕਿਤਾਬ 'ਚ ਪੈਸੇ ਵਾਧੂ ਨਿਕਲਦੇ ਸਨ। ਅਸੀਂ ਇਸ ਚੀਜ਼ ਤੋਂ ਬੜੇ ਸੰਤੁਸ਼ਟ ਹੁੰਦੇ ਹਾਂ ਕਿ ਵਾਹ ਬਾਬਾ ਨਾਨਕ, ਵਾਹ 13 ਤੋਲਣ ਵਾਲਾ। ਇਹ ਕਹਾਣੀਆਂ ਸਾਨੂੰ ਹਰ ਸਾਲ ਪੱਕੀਆਂ ਕਰ ਦਿੱਤੀਆਂ ਜਾਂਦੀਆਂ। ਇਹ ਸਾਰੀਆਂ ਕਹਾਣੀਆਂ ਆਈਆਂ ਕਿੱਥੋਂ? ਇਹ ਆਈਆਂ ਗੁਰਪ੍ਰਤਾਪ ਸੂਰਤ ਗ੍ਰੰਥ ਵਿੱਚੋਂ। ਇਹ 3 ਕੰਮ ਗੁਰੂ ਬਾਬੇ ਨਾਨਕ ਨੂੰ ਕਰਨ ਲਈ ਭੇਜਿਆ। ਤਿੰਨਾਂ ਵਿੱਚੋਂ ਇਸ ਕਹਾਣੀਕਾਰਾਂ ਨੇ ਸਤਿਗੁਰੂ ਜੀ ਨੂੰ ਫੇਲ ਕੀਤਾ। ਅੱਜ ਇਹ ਸਾਡਾ ਕੋਈ ਬੱਚਾ ਅਸੀਂ ਸਾਰੇ ਜੀਵਨ ਦੀ ਕਮਾਈ ਕਰਕੇ 50-60 ਲੱਖ ਰੁਪਈਆ ਦੇ ਦਈਏ, ਜਾਂ ਕਾਕਾ ਬਿਜ਼ਨਸ ਕਰ ਲਾ ਕੋਈ, ਔਰ ਸ਼ਾਮ ਨੂੰ ਕਾਕਾ ਘਰ ਆ ਜਾਏ ਵੀ ਬਾਪੂ ਮੈਂ ਤਾਂ ਬਹੁਤ ਚੰਗਾ ਕੰਮ ਕਰਿਆ ਆ। ਕਹਿੰਦੇ ਕੀ ਕਰਿਆ ਆ? ਕਹਿੰਦੇ ਬਾਬਾ ਡਾਂਗ ਵਾਲਾ ਰਾਹ 'ਚ ਬੈਠਾ ਸੀ, ਕਹਿੰਦੇ ਜੀ ਇੱਥੇ ਗੁਰਦੁਆਰਾ ਬਣਾਉਣਾ, ਸੇਵਾ ਕਰੋ, ਭਲਾ ਹੋ ਤੁਹਾਡਾ, ਲੋਕ ਪਰਲੋਕ ਸਵਰ ਜਾਏਗਾ। ਅਤੇ ਮੈਂ ਉਹ ਬਾਬੇ ਨੂੰ ਤੁਹਾਡੇ 60 ਲੱਖ ਦੇ ਆਇਆ, ਗੁਰਦੁਆਰਾ ਬਣੂ, ਲੋਕੀ ਤੁਹਾਨੂੰ ਯਾਦ ਕਰਨਗੇ। ਸੋਚੋ ਜ਼ਰਾ ਤੁਸੀਂ, ਤੁਹਾਡੇ ਦਿਲ ਵਿੱਚ ਉਸ ਵੇਲੇ ਕੀ ਗੁਜ਼ਰੇਗੀ? ਕੀ ਕਹਿਣਾ ਚਾਹੋਗੇ ਕਿ ਬਹੁਤ ਅਕਲ ਵਾਲੀ ਗੱਲ ਕੀਤੀ? ਜਦੋਂ ਬਾਬਾ ਨਾਨਕ ਆਪਣੇ ਪਿਓ ਦੀ ਪੈਸੇ ਲੁਟਾਇਆ ਹੋਵੇ, ਸਾਨੂੰ ਬੜੀ ਖੁਸ਼ੀ ਹੁੰਦੀ ਆ। ਪਰ ਜੇ ਸਾਡਾ ਪੁੱਤਰ ਪੈਸੇ ਲੁਟਾਇਆ ਹੋਵੇ, ਫਿਰ ਅਸੀਂ ਬੜੇ ਔਖੇ ਹੁੰਦੇ ਹਾਂ। ਸੋਚਣਾ ਅਸੀਂ ਕਹਿਣਾ ਕੀ ਚਾਹੁੰਦੇ ਹਾਂ, ਕਿਹੜੀ ਗੱਲ ਨੂੰ ਜਾਇਜ਼ ਮੰਨਦੇ ਹਾਂ, ਕਿਹੜੀ ਗੱਲ ਨੂੰ ਨਾਜਾਇਜ਼ ਮੰਨਦੇ ਹਾਂ, ਉਹ ਸੋਚਣਾ ਕਿ ਵਿਵਹਾਰਕ ਜੀਵਨ ਵਿੱਚ ਜਿਹੜੀਆਂ ਗੱਲਾਂ ਅਸੀਂ ਸਟੇਜ ਤੋਂ ਸੁਣਾ ਰਹੇ ਹਾਂ, ਅਗਰ ਉਹ ਗੱਲਾਂ ਸਾਡੇ ਵਿਵਹਾਰਕ ਜੀਵਨ ਵਿੱਚ ਵਾਪਰ ਜਾਣ, ਕਿ ਅਸੀਂ ਉਸ ਨੂੰ ਐਕਸੈਪਟ ਕਰਾਂਗੇ, ਅਸੀਂ ਉਸ ਨੂੰ ਖੁਸ਼ੀ ਮੰਨ ਲਵਾਂਗੇ। ਜੇ ਨਹੀਂ ਮੰਨਦੇ, ਫਿਰ ਕਿਹਦੇ ਲਈ ਕਿਉਂ ਸੁਣਾ ਰਹੇ ਹਾਂ? ਕੀ ਲਾਹਾ ਉਹ ਗੱਲਾਂ ਸੁਣਨ ਦਾ? ਜੇ ਗੱਲਾਂ ਸਾਡੇ ਬੱਚੇ ਉਹ ਸੁਣ ਕੇ ਉਵੇਂ ਕਰਨ ਲੱਗ ਗਏ, ਵੀ ਅਸੀਂ ਕੀ ਕਰਾਂਗੇ? ਪਰ ਨਹੀਂ, ਕਿਉਂਕਿ ਅਸੀਂ ਤਾਂ ਉੱਥੇ ਜਾਂਦੇ ਹਾਂ, ਮੇਲਾ ਗੇਲਾ, ਲੰਗਰ ਪਾਣੀ ਛਕਿਆ, ਗੱਲ ਖਤਮ। ਕਿਨ ਜਾਣਨਾ ਤਾਂ ਕਿਨ ਨਹੀਂ ਜਾਣਨਾ, ਭਾਈਆਂ ਨੂੰ ਆਪਣੇ ਪੈਸੇ ਮਿਲ ਗਏ, ਅਸੀਂ ਆਪਣਾ ਆਨੰਦ ਮਾਣ ਕੇ ਆ ਗਏ। ਗੁਰੂ ਬਾਬਾ ਨਾਨਕ ਵਿਸਰਿਆ ਹੋਇਆ। ਪਰ ਜਿਹੜੀ ਇਹ 3 ਗੱਲਾਂ ਤਾਂ ਜ਼ਿਆਦਾ ਸੀਰੀਅਸ ਨਹੀਂ ਹੈ। ਆ ਜਿਹੜੀ ਚੌਥੀ ਗੱਲ ਹੈ, ਉਹ ਤਾਂ ਇਤਨੀ ਖਤਰਨਾਕ ਹੈ ਕਿ ਜਿਹਦਾ ਕੋਈ ਹੱਦ ਬੰਨਾ ਨਹੀਂ। ਉਹ ਚੌਥੀ ਗੱਲ ਕਿਹੜੀ ਹੈ? ਉਹ ਚੌਥੀ ਗੱਲ ਇਹ ਹੈ ਕਿ ਆਖਰੀ 18 ਸਾਲ ਗੁਰੂ ਬਾਬਾ ਨਾਨਕ, ਅੱਜ ਜਿਹੜੇ ਗੁਰਦੁਆਰੇ ਦਾ ਲਾਂਘਾ ਥੋੜ੍ਹੇ ਦਿਨ ਪਹਿਲਾਂ ਪਿਛਲੇ ਸਾਲ ਖੁੱਲ੍ਹਾ ਸੀ, ਉਹ ਸਥਾਨ 'ਤੇ 18 ਸਾਲ ਗੁਰੂ ਜੀ ਨੇ ਖੇਤੀ ਦਾ ਕੰਮ ਕੀਤਾ। ਔਰ ਮੈਂ ਇਸ ਗੱਲ 'ਤੇ ਬੜੀ ਤਸੱਲੀ ਹੁੰਦੀ ਸੀ ਕਿ ਘੱਟੋ ਘੱਟ ਇਸ ਗੱਲ ਵਿੱਚ ਕੋਈ ਉਹਨਾਂ ਨੇ, ਕਹਾਣੀਕਾਰਾਂ ਨੇ, ਹੇਰਾ ਫੇਰੀ ਨਹੀਂ ਕੀਤੀ। ਇਹ ਲਿਖਤ ਸਹੀ ਹੈ। ਘੱਟੋ ਘੱਟ ਇਹ ਖੇਤੀ ਵਾਲੀ ਗੱਲ ਤਾਂ ਅਸੀਂ ਸਮਾਜ ਵਿੱਚ ਕਰਕੇ ਕੋਈ ਚੰਗੀ ਗੱਲ ਪੇਸ਼ ਕਰ ਸਕਦੇ ਹਾਂ। ਪਰ ਜਦੋਂ ਮੈਂ ਗੁਰਪ੍ਰਤਾਪ ਸੂਰਤ ਗ੍ਰੰਥ ਪੜ੍ਹਿਆ, ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਜੋ ਗੱਲ ਉੱਥੇ ਮੈਂ ਪੜ੍ਹੀ, ਅਤੇ ਜਦੋਂ ਹੁਣ ਮੈਂ ਤੁਹਾਨੂੰ ਸੁਣਾਵਾਂਗਾ, ਪੈਰਾਂ ਥੱਲਿਓਂ ਤੁਹਾਡੇ ਵੀ ਜ਼ਮੀਨ ਖਿਸਕ ਜਾਏਗੀ। ਪਰ ਉਹ ਗੱਲ ਕਦੀ ਕਿਸੇ ਨੇ ਸੁਣਾਈ ਨਹੀਂ। ਆਓ ਉਹ ਅਸੀਂ ਕਹਾਣੀ ਸੁਣਦੇ ਹਾਂ। ਸਿੱਖ ਜਿਹੜੇ ਆ ਉਹ ਖੇਤੀ ਕਰਿਆ ਕਰਦੇ ਸਨ। ਕਰਤਾਰਪੁਰ ਤੇ ਗੁਰੂ ਬਾਬਾ ਨਾਨਕ ਫੇਰਾ ਮਾਰਦੇ ਸਨ। 1 ਸਾਲ ਕੀ ਹੋਇਆ, ਖੇਤੀ ਬਹੁਤ ਜ਼ਿਆਦਾ ਹੋਈ, ਬਹੁਤ ਭਰਪੂਰ ਖੇਤੀ ਹੋਈ। ਸਿੱਖ ਸੰਗਤਾਂ ਨੇ ਬਾਬਾ ਜੀ ਨੂੰ ਕਿਹਾ ਕਿ ਸਤਿਗੁਰੂ ਜੀ, ਖੇਤੀ ਇਸ ਸਾਲ ਬਹੁਤ ਜ਼ਿਆਦਾ ਹੋਈ ਆ, ਕੀ ਕਰੀਏ? ਖੇਤੀ ਪੱਕ ਗਈ ਆ, ਕੀ ਕਰੀਏ? ਬਾਬਾ ਜੀ ਨੇ ਕਿਹਾ ਵੀ ਕਰਨਾ ਕੀ ਹੈ, ਤੁਸੀਂ ਇੰਝ ਕਰੋ ਵੀ ਦਾਤੀਆਂ ਲਿਜਾ ਕੇ ਤਾਂ ਖੇਤੀ ਦੀ ਵਾਢੀ ਕਰੋ, ਕਣਕ ਦੀ ਵਾਢੀ ਕਰੋ। ਸਿੱਖਾਂ ਨੇ ਇਵੇਂ ਕੀਤਾ। ਸਾਰੇ ਰਲ ਮਿਲ ਕੇ ਬੜੇ ਹਿੰਮਤ ਨਾਲ, ਹੌਸਲੇ ਨਾਲ, ਚੜ੍ਹਦੀ ਕਲਾ ਵਿੱਚ ਖੇਤੀ ਦੀ ਵਾਢੀ ਸ਼ੁਰੂ ਕਰ ਦਿੱਤੀ। ਵਾਢੀ ਕਰਦੇ ਇੱਕ ਦਿਨ ਵਾਢੀ ਜਿਹੜੀ ਆ ਉਹ ਪੂਰੀ ਹੋ ਗਈ। ਭਰੀਆਂ ਬੰਨੀਆਂ ਅਤੇ ਖਲਵਾੜੇ ਲਾ ਦਿੱਤੇ। ਖਲਵਾੜੇ ਅੱਜ ਬੱਚਿਆਂ ਨੂੰ ਸ਼ਾਇਦ ਨਾ ਸਮਝ ਹੋਵੇ, ਅੱਜ ਕੱਲ੍ਹ ਕੰਬਾਈਨਾਂ ਆ ਗਈਆਂ। ਪੁਰਾਣੇ ਜ਼ਮਾਨੇ ਵਿੱਚ ਭਰੀਆਂ ਬੰਨ੍ਹਦੇ ਸਨ ਕਣਕ ਦੀਆਂ, ਅਤੇ ਉਦੋਂ ਬਾਅਦ 'ਚ ਇੱਕ ਜਗ੍ਹਾ ਉਹਨਾਂ ਨੂੰ ਇਕੱਠਿਆਂ ਕਰ ਦਿੰਦੇ ਸਨ, ਜਿੱਥੇ ਫਲੇ ਪਾਉਂਦੇ ਸਨ, ਤਾਂ ਕਿ ਇੱਕ ਜਗ੍ਹਾ ਇਕੱਠੀ ਕਰ ਦਿਓ, ਮੀਂਹ ਹਨੇਰੀ ਤੋਂ, ਹਵਾ ਤੋਂ ਬਚਾਅ ਹੋ ਜਾਂਦਾ। ਮੀਂਹ 'ਤੇ ਤਾਂ ਖੈਰ ਭੇਜੀ ਜਾਣੀ ਹੈ। ਅਤੇ ਉਹ ਖਲਵਾੜੇ ਲਾ ਦਿੱਤੇ। ਕਣਕ ਵੱਢ ਕੇ ਫਿਰ ਬਾਬਾ ਜੀ ਕੋ ਆਏ ਕਿ ਬਾਬਾ ਜੀ, ਭਰੀਆਂ ਅਸੀਂ ਬੰਨ੍ਹ ਲਈਆਂ, ਖਲਵਾੜੇ ਲਾ ਦਿੱਤੇ ਆ, ਹੁਣ ਕੀ ਕਰੀਏ? ਗੁਰੂ ਸਾਹਿਬ ਬੜੇ ਖੁਸ਼ੀ
ਸਿੱਖਾਂ ਦੇ ਨਾਲ ਖੇਤਾਂ ਵਿੱਚ ਗਏ, ਖਲਵਾੜੇ ਲੱਗੇ, ਅਸਮਾਨ ਨੂੰ ਛੂੰਹਦੇ, ਸਿੱਖ ਬੜੇ ਖੁਸ਼, ਗੁਰੂ ਸਾਹਿਬ ਬੜੇ ਖੁਸ਼। ਸਿੱਖਾਂ ਨੂੰ ਇੰਨੀ ਖੁਸ਼ੀ ਸੀ ਵੀ ਐਤਕੀ ਮਿਹਨਤ ਕੀਤੀ, ਸਫਲੀ ਹੋਈ ਹੈ, ਇੰਨੀ ਫਸਲ ਹੋਈ ਹੈ ਸਾਡੀ। ਤਾਂ ਗੁਰੂ ਸਾਹਿਬ ਦੇਖ ਕੇ ਖੁਸ਼ ਹੋਏ। ਤਾਂ ਸਿੱਖਾਂ ਨੇ ਪੁੱਛਿਆ ਜੀ ਹੁਣ ਅਸੀਂ ਕੀ ਕਰੀਏ? ਗੁਰੂ ਸਾਹਿਬ ਨੇ ਕਿਹਾ ਜਿਵੇਂ ਤੁਹਾਡੀ ਖੁਸ਼ੀ ਆ ਉਵੇਂ ਕਰ ਲਓ। ਤਾਂ ਸਿੱਖ ਕਹਿੰਦੇ ਗੁਰੂ ਜੀ ਅਸੀਂ ਤਾਂ ਤੁਹਾਡੇ ਪੁੱਛੇ ਬਗੈਰ ਕੋਈ ਕੰਮ ਨਹੀਂ ਕਰਦੇ, ਤੁਸੀਂ ਦੱਸੋ ਕੀ ਕਰੀਏ? ਤਾਂ ਗੁਰੂ ਨਾਨਕ ਦੇਵ ਜੀ ਨੇ ਪਤਾ ਕੀ ਕਿਹਾ? ਉਹ ਕਹਿੰਦੇ ਜੀ ਅੱਗ ਲਿਆਓ, ਸਾਰੀ ਸਾੜ ਦਿਓ। ਉਹ ਅੱਗ ਲਿਆਂਦੀ ਗਈ। ਪਹਿਲਾਂ ਤਾਂ ਸਿੱਖ ਛਛੋ ਪੰਜ ਵਿੱਚ ਪੈ ਗਏ ਵੀ ਕਰੀਏ ਕੀ, ਬਾਬਾ ਜੀ ਕਿਹੜੀ ਗੱਲ ਕਰ ਰਹੇ ਆ। ਸਿੱਖਾਂ ਨੇ ਸੋਚਿਆ ਵੀ ਇੰਨੀ ਮਿਹਨਤ ਕੀਤੀ, ਇੰਨਾ ਅੰਨ ਦਾਣਾ, ਇਹ ਕਹਿੰਦੇ ਅੱਗ ਲਾ ਦਿਓ। ਬਈ ਸਿੱਖ ਜਿਹੜੇ ਕੁਛ ਲਿਖ ਤਾਂ ਉੱਥੋਂ ਖਿੱਚ ਗਏ। ਕੁਛ ਸਿੱਖ ਜਿਹੜੇ ਉਹ ਕਹਿੰਦੇ ਜੀ ਅਸੀਂ ਤਾਂ ਗੁਰੂ ਦਾ ਮੰਨਣਾ ਹੁਕਮ। ਗੁਰੂ ਨੇ ਕਿਹਾ ਵੀ ਅੱਗ ਲਾ ਦਿਓ, ਤੇ ਅੱਗ ਲਾ ਦਿੱਤੀ। ਤੇ ਗੁਰੂ ਸਾਹਿਬ ਕਹਿੰਦੇ ਵੀ ਅੱਗ ਲਾ ਦਿਓ, ਐਵੇਂ ਜ਼ਿਆਦਾ ਤਮਾ ਨਹੀਂ ਕਰੀਦਾ, ਲਾਲਚ ਨਹੀਂ ਕਰੀਦਾ ਹੁੰਦਾ, ਅੱਗ ਲਾ ਦਿਓ। ਉਹ ਸਾਰੇ ਖਲਵਾੜਿਆਂ ਨੂੰ ਅੱਗ ਲਾ ਦਿੱਤੀ, ਸੜ ਕੇ ਸੁਆਹ ਹੋ ਗਏ। ਹੁਣ ਲਓ ਜੀ, ਜੇਕਰ ਇਸ ਗੱਲ ਨੂੰ ਬਹੁਤ ਅੱਛੀ ਗੱਲ ਮੰਨਦੇ ਹੋ ਕਿ ਸਾਡੇ ਸਤਿਗੁਰੂ ਐਸਾ ਕਰਨ ਵਾਲੇ ਸੀ, ਪਹਿਲਾਂ ਸ਼ਬਦ ਹੁਣੇ ਸਰਵਣ ਕੀਤਾ, ਉਹਨਾਂ ਨੇ ਕਿਹਾ ਕੰਮ ਕਰੋ, ਕੰਮ ਕਰਕੇ ਕਮਾਈ ਕਰੋ, ਕਮਾਈ ਵਿੱਚੋਂ ਜਿਹੜੇ ਲੋੜਵੰਦ ਨੇ, ਜਿਹੜੇ ਮਜਬੂਰ ਨੇ, ਉਹਨਾਂ ਦੀ ਮਦਦ ਕਰੋ। ਉਹਨਾਂ ਨੇ ਸ਼ਬਦ ਵਿੱਚ ਕਿਤੇ ਇਹ ਨਹੀਂ ਕਿਹਾ ਵੀ ਅੱਗ ਲਾ ਦਿਓ। ਪਰ ਕਹਾਣੀਕਾਰ ਨੇ ਸਾਡੇ ਸਤਿਗੁਰੂ ਜੀ ਨੂੰ ਆਮ ਇਨਸਾਨ ਤੋਂ ਇੰਨਾ ਘਟੀਏ ਦਰਜੇ 'ਤੇ ਲਿਆ ਕੇ ਖੜਾ ਕੀਤਾ, ਜਿਹਦਾ ਮਤਲਬ ਇਸ ਤਰ੍ਹਾਂ ਨਾ ਕਹਿ ਨਹੀਂ ਸਕਦੇ, ਸ਼ਬਦ ਮੂੰਹ 'ਤੇ ਡਰ ਲੱਗਦਾ। ਇੰਨਾ ਘਟੀਆ ਲੈਵਲ 'ਤੇ ਲਿਆ ਕੇ ਖੜਾ ਕੀਤਾ ਕਿ ਜਿਸ ਨੂੰ ਆਪਣੇ ਆਪ ਦੀ ਸੁੱਧ ਬੁੱਧ ਹੀ ਨਹੀਂ, ਭਾਵ ਸਮਾਜ ਵਿੱਚ ਜਿਹੜਾ ਕੋਈ ਇੱਜ਼ਤ ਨਹੀਂ ਪਾ ਸਕਦਾ, ਊਲ ਜਲੂਲ ਜਿੱਦਾਂ ਮਨ 'ਚ ਆਈ ਗੱਲ ਕੋਈ ਕਰ ਦਿੱਤੀ। ਐਸੇ ਸਾਡੇ ਸਤਿਗੁਰੂ ਨੂੰ ਲਿਆ ਕੇ ਕਹਾਣੀਆਂ 250-300 ਸਾਲ ਤੋਂ ਸੁਣਾ ਕੇ ਸਾਡਾ ਦਿਮਾਗ ਜਿਹੜਾ ਰੱਦੀ ਕਰ ਦਿੱਤਾ। ਔਰ ਹਾਲੇ ਵੀ ਜਿਹੜੇ ਸਾਡੇ ਸਿਆਣੇ ਬਜ਼ੁਰਗ ਨੇ ਉਹ ਇਹ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੋਣਗੇ ਵੀ ਇਹ ਕਹਾਣੀਆਂ ਗਲਤ ਆ। ਉਹ ਕਹਿੰਦੇ ਜੀ ਉਹਦੀ ਰਜ਼ਾ ਆ, ਉਹਦਾ ਹੁਕਮ ਨਾ ਪਈ। ਸਾਨੂੰ ਜ਼ਮੀਨ ਦੇ ਉੱਤੇ ਜੀਵਨ ਦੇ ਪ੍ਰੈਕਟੀਕਲ ਲਾਈਫ ਦੇ ਵਿੱਚ, ਆਮ ਜੀਵਨ ਵਿੱਚ ਕਿਵੇਂ ਜਿਉਣਾ, ਕਿਵੇਂ ਹਰ ਪ੍ਰੋਬਲਮ ਨੂੰ ਫੇਸ ਕਰਨਾ, ਹਰ ਮੁਸ਼ਕਿਲ ਦਾ ਸਾਹਮਣਾ ਕਿਵੇਂ ਕਰਨਾ, ਸਾਡੇ ਸਤਿਗੁਰੂ ਜੀ ਸਾਨੂੰ ਇਹ ਸਿਖਾਉਣ ਆਏ ਸੀ। ਇੱਕ ਗੱਲ ਮੈਂ ਹੋਰ ਕਰ ਦੇਵਾਂ, ਇਹ ਬਹੁਤ ਜ਼ਰੂਰੀ ਹੈ। ਅੱਜ ਇਹ ਗੱਲ ਕਰਨੀ ਇੰਨੀ ਜ਼ਰੂਰੀ ਜਿਹਦਾ ਕੋਈ ਹੱਦ ਨਹੀਂ। ਮੰਨ ਲਓ ਇੱਕ ਪਿਤਾ, ਉਹਦੇ ਪੁੱਤਰ ਜਿਹੜੇ ਆ ਉਹ ਪਿਤਾ ਤੋਂ ਦੂਰ ਰਹਿੰਦੇ ਨੇ, ਕੰਮ ਧੰਦੇ ਕਰਨ ਗਏ ਹੋਏ ਨੇ। ਪਿਤਾ ਜਦੋਂ ਬੁਢਾਪੇ ਵਿੱਚ ਆਇਆ, ਉਸਨੇ ਸੋਚਿਆ ਕਿ ਮੇਰੇ ਪੁੱਤਰ ਦੂਰ ਰਹਿੰਦੇ ਨੇ, ਪਤਾ ਨਹੀਂ ਕਦੋਂ ਹਵੀ ਨਵੀ ਹੋ ਜਾਏ, ਸਰੀਰ ਸਿਆਣਾ ਆ, ਕਦੋਂ ਹੁਕਮ ਹੋ ਜਾਏ ਜਾਣਾ ਪੈਣਾ। ਪਿਤਾ ਪੁੱਤਰਾਂ ਨੂੰ ਸੱਦਦਾ, ਉਹਨਾਂ ਦੇ ਨਾਂ 'ਤੇ ਵਸੀਅਤ ਕਰਦਾ। ਵਸੀਅਤ ਆਪਣੀ ਇੱਛਾ ਹੁੰਦੀ ਹੈ ਕਿ ਉਹ ਇੱਛਾ ਜ਼ਾਹਰ ਕਰਦਾ ਲਿਖ ਕੇ ਕਿ ਦੇਖੋ ਜੀ ਜੀਵਨ ਦਾ ਸਫ਼ਰ ਕਦੋਂ ਪੰਧ ਖਤਮ ਹੋ ਜਾਣਾ, ਕਦੋਂ ਸਾਡਾ ਵਿਛੋੜਾ ਹੋ ਜਾਣਾ, ਮੈਂ ਤੁਹਾਨੂੰ ਕੁਝ ਗੱਲਾਂ ਕਹਿਣਾ ਚਾਹੁੰਦਾ, ਆ ਲਿਖ ਕੇ ਦੇ ਰਿਹਾ। ਪਹਿਲੀ ਗੱਲ ਤਾਂ ਪ੍ਰੋਪਰਟੀ ਤੁਹਾਡੀ ਜਿਹੜੀ ਜਾਇਦਾਦ ਹੈ ਇਸ ਤਰ੍ਹਾਂ ਵੰਡੀ ਗਈ, ਤੁਹਾਡੇ ਹਿੱਸੇ ਇਹ ਨੇ। ਹੋਰ ਗੱਲ ਹੈ ਜਦੋਂ ਮੈਂ ਮਰ ਜਾਵਾਂ, ਕਿਉਂਕਿ ਉਦੋਂ ਮੈਂ ਤੇ ਕੁਝ ਨਹੀਂ ਕਹਿ ਸਕਾਂਗਾ, ਤੁਸੀਂ ਇੰਝ ਕਰਨਾ ਕਿ ਮੇਰੇ ਮਰਨ ਤੋਂ ਉਪਰੰਤ ਸਿੱਧਾ ਮੈਨੂੰ ਸਿੱਧੇ ਸਾਦੇ ਢੰਗ ਨਾਲ ਜਾਂ ਤਾਂ ਮੈਨੂੰ ਜਲਾ ਦੇਣਾ, ਜੇ ਜਲਾਉਣ ਦਾ ਮੰਨ ਲਓ ਸਾਧਨ ਨਾ ਬਣੇ ਫਿਰ ਦਬਾ ਦੇਣਾ, ਜੇ ਦਬਾਉਣ ਦਾ ਵੀ ਸਾਧਨ ਨਾ ਬਣੇ ਤਾਂ ਪਾਣੀ 'ਚ ਵਹਾ ਦੇਣਾ। ਕੋਈ ਵਹਿਮ ਨਹੀਂ ਕਰਨਾ ਕਿ ਮੈਨੂੰ ਕਿਵੇਂ ਤੁਸੀਂ ਮੇਰਾ ਅੰਤਮ ਸੰਸਕਾਰ ਕਰਨਾ ਹੈ। ਦੂਜੀ ਗੱਲ, ਜੇ ਤੁਸੀਂ ਮੈਨੂੰ ਜਲਾਇਆ, ਉਹਦੇ ਵਿੱਚੋਂ ਰਾਖ ਅਤੇ ਅਸਥ ਜਿਹੜੇ ਬਚਣੇ ਨੇ, ਉਹਨਾਂ ਨੂੰ ਨਾ ਤਾਂ ਗੰਗਾ ਲੈ ਕੇ ਜਾਣਾ, ਨਾ ਹਰਿਦੁਆਰ ਲੈ ਕੇ ਜਾਣਾ, ਨਾ ਉਹਨਾਂ ਨੂੰ ਤੁਸੀਂ ਕੀਰਤਪੁਰ ਲੈ ਕੇ ਜਾਣਾ, ਉੱਥੇ ਹੀ ਟੋਆ ਕੱਢ ਕੇ ਦੱਬ ਦੇਣਾ। ਉਸ ਤੋਂ ਬਾਅਦ ਜੇ ਸਾਰੇ ਸਿੱਖਾਂ ਰਿਸ਼ਤੇਦਾਰਾਂ ਦੀ ਸਹੂਲਤ ਲਈ, ਪਿੰਡ ਦੇ ਸਹੂਲਤ ਲਈ ਕੋਈ ਬਹੁਤੀਆਂ ਮਕਾਨਾਂ ਨਹੀਂ ਆਉਣੀਆਂ ਚਾਹੀਦੀਆਂ। ਹਾਂ, ਇਕੱਠੇ ਹੋਣ ਲਈ ਇੱਕ ਦਿਨ ਰੱਖ ਲੈਣਾ, 10 ਦਿਨਾਂ ਬਾਅਦ, 20 ਦਿਨਾਂ ਬਾਅਦ, 5 ਦਿਨਾਂ ਬਾਅਦ, ਜਦੋਂ ਤੁਹਾਨੂੰ ਚੰਗਾ ਲੱਗੇ ਸਾਰਿਆਂ ਨੂੰ ਬੁਲਾ ਕੇ ਅਤੇ ਦੁੱਖ ਸੁੱਖ ਕਰ ਲੈਣਾ। ਅਤੇ ਤੁਸੀਂ ਸਿੱਧਾ ਸਾਦਾ ਲੰਗਰ ਦਾਲ ਫੁਲਕੇ ਦਾ ਕਰ ਲੈਣਾ। ਕੋਈ ਵੱਡਾ ਕੰਮ ਖਰਚ ਨਹੀਂ ਕਰਨਾ, ਨਾ ਹੀ ਤੁਹਾਨੂੰ ਕੋਈ ਧਾਰਮਿਕ ਪੂਜਾ ਕਰਨ ਦੀ ਲੋੜ ਹੈ।
क्योंकि मैनू पता अगे जो मैं जीवन में घालिया है, जो मैं जीवन में कीता है, मैनू इसका ही फल मिलना, अगे मिलना मतलब अग्गा पिछा मेरा इत्थे ही है। मैं सब कुछ अच्छा देख लिया, सब कुछ अच्छा भोग लिया है, मैनू इस तो बाद कोई इच्छा नहीं है। तुसी इकट्ठे होना सिर्फ क्योंकि रोज़ कोई मिलना आएगा, अफसोस करना आएगा, तुहाडा भी काम खराब होएगा, आने वाले का भी रोज़ तांता लगा रहेगा। इस करके एक दिन फिक्स करना और पक्का करके उस दिन दाल फुलका करके उस दिन तो बाद मेरा कोई तुसी धर्म के नाँ ते मेरे मरण के नाँ ते कोई काम नहीं करना, एवें फजूल खर्चियाँ नहीं करनियाँ। ये सारिया गल्लां अगर कोई बापू लिख के दे जावे, उस तो बाद अगर वो बजुर्ग चलाना कर जावे, तो जदों बच्चे घर आउण तो उस लिखे अनुसार सारे कारज करन ते आंढ गुआंढ तो कोई आके कहे कि भाई तुसी ये की कर रहे हो, तुहाडा बापू तो इंज कहंदा हुंदा सी कि मैं जदों मर जावां मेरे उत्तों दी तुसी फुੱਲ सुट्टिओ, पैसे सुट्टिओ, मैनू वड्डा करिओ, मेरे उत्ते लाल कपड़े पाओ, मेरे उत्ते लोइयां दिओ, मैनू विवान कट के लै जाना। तुहाडा बापू तो इदां कहंदा हुंदा सी, तुहाडा बापू तो इदां कहंदा हुंदा सी कि मेरे अद्धे अस्त जिहड़े पतालपुरी पाउणे आ, अद्धे अस्त तुसी हरिद्वार पा दिओ, अद्धे अस्त तुसी भेवे पा दिओ। तुहाडा बापू इदां कहंदा हुंदा सी। तुहाडा बापू ये कहंदा हुंदा सी कि मेरा इकट्ठ एडा वड्डा करिओ ताकि पिंड ही नहीं पूरे इलाके विच लोकी मैनू याद करन। कि सियाणे बच्चे उन्हां बजुर्गां दी आंढ गुआंढ वालियां दी गल मन्नणगे, वो सीधी साधी कहणगे कि चाचा जी, ताया जी, बाबा जी बैठो, चाह पानी छको। असी अपने बापू का की करना, सानू बापू दस गया सी। वो दस्से तो इलावा अगर किसी नूं होर कुछ दस गया सी, तुसी भी उहदे संबंधी हो, ये बाकी सारा तुसी कर लिओ। बाकी जिहड़ा खर्च करना तुहाडा भी वो कुछ लगदा सी, अगर तुहानू कह गया सी तां तुसी कर लिया करो। असी तां वो करना जो बापू सानू लिख के दे गया सी। कहण तो भाव है साडे बापू, साडे सतगुरु गुरु जी, वो सानू सब कुछ गुरु ग्रंथ साहब विच लिख के दे गए सन। जो कुछ गुरु ग्रंथ साहब विच लिखिया होया है उसनू असी सच मनना है। उस तो इलावा कोई गुरप्रताप सूरज ग्रंथ होवे, बाले वाली जन्म साखी होवे, जां होर बहुत सारे ग्रंथ तुरे फिरदे ने जिन्हां नू सिखां ने सिर ते चुक्या होया, असी उन्हां किसी ग्रंथ नू नहीं जे मनना। किसी ने अपने ज्ञान खातर पढ़ना पढ़ लै, चंगी गल है, पर असी करना वही है जो साडे गुरु धन धन श्री गुरु ग्रंथ साहिब जी विच लिखिया होया है। सानू कोई इस तो इलावा करन नू कहे, असी कहांगे, असी देख के दसांगे कि सानू गुरु इजाजत दिंदा जां नहीं दिंदा। पर अफसोस इस गल दा है, असी बिल्कुल 100% गुरु ग्रंथ साहब नू छड्ड के होर ग्रंथ जो कहंदे हन उन्हां दे पिछे लग के असी सारा कुछ करी जाने आ। इस करके अज असी भुल्लण भुलाइयां विच भुलेखिਆਂ विच फसे होए हाँ, असी ग्रुपां विच वंडे होए हाँ। जिस दिन असी सेधत हो गए गुरु ग्रंथ साहब वाल नूं, उस तो सेध लैके असी अपने जीवन नूं चलाउण लग गए, उस दिन साडी तरक्की दा विगल वज जाना, साडी तरक्की दा पंध शुरू हो जाना। उस दिन अपनी मंजिल वाल असी वधना शुरू हो जाना। हुण जिहड़ा रास्ता असी फड़िया होया है वो नैगेटिव पासे है। मान लो मंजिल तो जिन्ना असी चलते हाँ उन्ना ही दूर जाई जा रहे हैं। इस करके सानू कोई मन की शांति नहीं है, सानू कोई टिकाओ नहीं है। असी हमेशा कन्फ्यूज रहने हैं, दुचित्तेपन विच रहने हैं, भंबल पुस्से विच पै रहने हैं, आपस विच लड़ते रहने हैं। कारण की है कि असी अपना जिहड़ा ज्ञान है, हर बंदा अलग अलग ग्रंथों तो लैके चलदा। जिस दिन सारे सिख अपना ज्ञान गुरु ग्रंथ साहब तो लैके चलणगे, उस दिन एक हो जाणगे, बाकी सारे ग्रंथ किनारे लग जाणगे। वो अपने आप रद्द हो जाने जदों उन्हां नूं कोई मन्नेगा नहीं। तो अज दे इतने विचार प्रवान करना, जिहड़ा गुरु नानक दा पातशाह दा मनाया होया ये जन्म दिहाड़ा है तां विसाख 'च, पर पता नहीं किहਨਾਂ कारणा करके कदों सिखां ने कत्तक नूं मनाउणा शुरू कर दिता। खैर कोई गल नहीं, मनाओ, पर मनाया सफल उदण ही होना जिदण असी गुरु की कीती वसीयत धन धन श्री गुरु ग्रंथ साहिब के आशे अनुसार हर कारज करन की कोशिश करांगे, इस पासे वाल आवांगे। नहीं तो गुरप्रताप सूरज ग्रंथ दीयां कहानियां पिछे जावांगे तो फिर कदी असी मंजिल ते नहीं पुज सकांगे। आओ फतेह बुलाइए।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।